200-250 ਬੰਦਾ ਹੈ। ਹਾਂਜੀ ਡੀਲਰ ਵੀ ਨੇ, ਉਹਨਾਂ ਦੇ ਮੈਨੇਜਰਸ ਵੀ ਨੇ। ਹੁਣ ਇਹ ਸਾਰੀ ਇਹ ਗੱਲ ਇਨਸ਼ਾਅੱਲਾ ਤਾਲਾ ਮਾਲੂਮਾਤ ਜ਼ਿਮੀਦਾਰ ਨੂੰ ਦੇਣਗੇ। ਜਿਹੜਾ ਦੋਸਤ ਟਰੈਕਟਰ ਖਰੀਦੇਗਾ ਉਹਨੂੰ ਸਮਝਾ ਸਕਦੇ ਆ। ਉਹਨੂੰ ਪਹਿਲੇ ਸਿਰਫ ਮੇਰਾ ਭਰਾ ਆਸਿਫ ਖਿੱਚੀ ਕੱਲਾ ਜ਼ੋਰ ਲਾ ਰਿਹਾ ਸੀ ਔਰ ਕੱਲਾ YouTube ਦਾ ਬੰਦਾ ਜਿਹਨੂੰ ਇਹਦੀ ਮੁਕੰਮਲ ਸਮਝ ਵੀ ਸੀ, ਆਗਾਹੀ ਵੀ ਸੀ ਔਰ ਲੋਕਾਂ ਨੂੰ ਸਮਝਾਉਂਦੇ ਵੀ ਸੀਗੇ। ਲੇਕਿਨ ਹੁਣ ਇਹ 250 ਬੰਦਾ ਤਿਆਰ ਕਰਕੇ ਘੱਲ ਰਹੇ ਆ ਤਾਂ ਕਿ ਤੁਹਾਡਾ ਕੰਮ ਸੌਖਾ ਹੋ ਜਾਏ। तो प्रेशर वाली टॉप लिंक भी हुण जनाब तुसीं इस्तेमाल कर सकते हो। एक जनाब लीवर दबाओ तो टॉप लिंक छोटी ते एक दबाओ ते बड़ी। ਹੀਮਾ ਕੰਪਨੀ ਦਾ ਉਹਦੇ ਵਿੱਚ ਵੀ 6 ਕੰਟਰੋਲ ਨੇ। ਉਹਦੇ ਵਿੱਚ ਵੀ ਪੋਜੀਸ਼ਨ ਕੰਟਰੋਲ ਹੈ, ਡਰਾਫਟ ਕੰਟਰੋਲ ਹੈ, ਫਲੋਟ ਕੰਟਰੋਲ ਹੈ, ਮਿਕਸ ਕੰਟਰੋਲ ਹੈ, ਲਿਫਟ ਆਰਮ ਸਲੋ ਔਰ ਤੇਜ਼ੀ ਨਾਲ ਚੁੱਕਣੀ ਔਰ ਥੱਲੇ ਲੈ ਕੇ ਜਾਣੀਆਂ ਔਰ ਹਾਈਡ੍ਰੋਲਿਕ ਦਾ ਲੌਕ ਕੰਟਰੋਲ ਹੈ। ਸਾਡੀ ਕੁਆਲਿਟੀ ਇੰਨੀ ਅੱਛੀ ਹੈ ਕਿ ਅਸੀਂ ਜਨਾਬ ਤੁਹਾਨੂੰ 3 ਸਾਲ ਵਾਰੰਟੀ ਦਿੰਨੇ ਆ। ਇਸ ਲਈ ਇਹ ਸਾਰੇ ਕੰਮ ਕਰ ਜਾਂਦਾ ਹੈ। ਖੇਤਾਂ ਚੋਂ 800 900 ਮਨ ਗੰਨਾ ਕੱਲਾ ਹੀ ਲੈ ਜਾਂਦਾ ਹੈ। ਬਹੁਤ ਮਹਿੰਗਾ ਹਾਈਡ੍ਰੋਲਿਕ ਹੈ, ਕਈ ਲੱਖਾਂ ਰੁਪਏ ਦਾ ਹੈ। ਇਹਦੀ ਸੇਫਟੀ ਵਾਸਤੇ ਤੁਸੀਂ ਇਹਦੇ ਨਾਲ ਇਟਲੀ ਵਾਲੀ ਸਪੂਲ ਵਾਲ ਕਿੱਟ ਲਗਾਣੀ ਹੈ। ਕੰਪਨੀ ਤੋਂ ਤੁਹਾਨੂੰ ਮਿਲੇਗੀ। ਇਹਦੀ ਕੀਮਤ ਤਕਰੀਬਨ 1 ਲੱਖ ਰੁਪਏ ਹੈ। ਲੇਕਿਨ ਕੰਪਨੀ ਤਾਰਫੀ ਤੌਰ ਦੇ ਉੱਤੇ ਔਰ ਕਿਉਂਕਿ ਜਨਵਰੀ 'ਚ ਵੀ ਅਸੀਂ ਟਰੈਕਟਰ ਦਿੱਤੇ ਨੇ, ਫਰਵਰੀ 'ਚ ਵੀ ਦਿੱਤੇ ਨੇ ਤੇ ਅਸੀਂ ਉਹਨਾਂ ਦੋਸਤਾਂ ਨੂੰ ਸਿਰਫ 35,000 ਰੁਪਏ 'ਚ ਲਗਾ ਕੇ ਦੇਵਾਂਗੇ ਔਰ ਉਹਨਾਂ ਦੇ ਇਲਾਕੇ ਜਾ ਕੇ, ਵਰਕਸ਼ਾਪ ਤੇ ਜਾ ਕੇ, ਡੀਲਰਸ਼ਿਪ ਤੇ ਜਾ ਕੇ ਉਹਨਾਂ ਦੇ ਰਕਬੇ ਤੇ ਵੀ ਲਾ ਦੇਵਾਂਗੇ ਜਾ ਕੇ। अस्सलाम वालेकुम दोस्तों, मैं ਤੁਹਾਡਾ भाई मोहम्मद आसिफ खिची। ਤੁਸੀਂ ਦੇਖ ਰਹੇ ਹੋ ਕਿਸਾਨ ਪਾਕਿਸਤਾਨ। ਦੋਸਤੋ ਸਾਡੇ ਨਾਲ ਅਲਗਾਜ਼ੀ ਕੰਪਨੀ ਦੇ ਨੁਮਾਇੰਦੇ ਅਮਾਰ ਕਰੀਮ ਸਾਹਿਬ ਮੌਜੂਦ ਨੇ ਤੇ ਕਾਫੀ ਦੋਸਤਾਂ ਦੇ ਕਿਸਾਨਾਂ ਦੇ ਜਨਾਬ ਸਵਾਲ ਹੈਗੇ ਸੀ ਤੇ ਕੁਝ ਅਜੀਬ ਜਿਹਾ ਸਵਾਲ ਹੈਗੇ ਸੀ ਜਿਹੜੇ ਮੇਰੇ ਫਿਰ YouTube ਵੀਡੀਓ ਦੇ ਥੱਲੇ ਆ ਕੇ ਕਮੈਂਟਸ ਕਰਦੇ ਨੇ। ਕੁਝ WhatsApp ਤੇ ਲੋਕ ਰਾਬਤਾ ਕਰਦੇ ਨੇ ਤੇ ਲੋਕ ਜਿੰਨੇ ਮੁਤਮਿਨ ਸੀ ਨਾ, ਕੁਝ ਲੋਕਾਂ ਨੇ ਗਲਤਫਹਿਮੀ ਫੈਲਾ ਕੇ ਤੇ ਜਨਾਬ ਉਹਨਾਂ ਨੂੰ ਟੂ ਮਾਈਂਡਡ ਕਰ ਦਿੱਤਾ ਹੈ। ਜਿਹੜੇ ਲੋਕ ਆਪਣੇ ਟਰੈਕਟਰ ਰਵਾਇਤੀ ਟਰੈਕਟਰ ਵੇਚ ਕੇ ਤੇ ਨਵੀਂ ਚੀਜ਼ ਲੈਣਾ ਚਾਹੁੰਦੇ ਸੀ, ਅੱਜ ਉਹ ਟੂ ਮਾਈਂਡਡ ਹੋ ਕੇ ਬੈਠੇ ਸੀ। ਉਹ ਸਵਾਲ ਵੀ ਅੱਜ ਪੁੱਛਾਂਗੇ। ਬਾਕੀ ਜਨਾਬ ਕੰਪਨੀ ਦੇ ਅਸੀਂ ਇਵੈਂਟ ਤੇ ਮੌਜੂਦ ਹਾਂ। ਇੱਥੇ ਜਨਾਬ ਟਰੈਕਟਰ ਦਾ ਡੈਮੋ ਵਗੈਰਾ ਵੀ ਕਰਾਇਆ ਗਿਆ ਹੈ। ਪ੍ਰੋਗਰਾਮ ਕੀ ਕਰਾਇਆ ਗਿਆ ਤੇ ਕਰਾਉਣ ਦਾ ਮਕਸਦ ਕੀ ਹੈ ਔਰ ਕੰਪਨੀ ਨੇ ਮਜ਼ੀਦ ਇਹਦੇ ਵਿੱਚ ਤਬਦੀਲੀਆਂ ਕੀ ਕੀਤੀਆਂ ਨੇ, ਲਿਫਟ ਆਟੋਮੈਟਿਕ ਦੇ ਬਾਰੇ ਜਾਣਾਂਗੇ। ਔਰ ਕੰਪਨੀ ਨੇ ਜਨਾਬ ਇਹਨੂੰ ਲੇਜ਼ਰ ਵਾਲੀ ਆਪਾਂ ਅਸੈਂਬਲੀ ਆਮ ਕਹਿ ਸਕਨੇ ਆ ਉਹ ਲਗਾਈ ਹੈ, ਉਹਦੇ ਬਾਰੇ ਜਾਣਦੇ ਹਾਂ। अस्सलाम वालेकुम सर। वालेकुम अस्सलाम व रहमतुल्लाह व बरकातहू। आसिफ खिची भाई बहुत शुक्रिया, ਤੁਸੀਂ ਤਸ਼ਰੀਫ ਲਿਆਏ ਔਰ ਬੜਾ ਸਫ਼ਰ ਕੀਤਾ ਤੁਸੀਂ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ। ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਕਿ ਤੁਸੀਂ ਸਾਨੂੰ ਕਿਸਾਨਾਂ ਨੂੰ ਮਾਲੂਮਾਤ ਦੇਸੋ। ਔਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉਨੀ ਦੇਰ ਮੈਂ ਕਦੇ ਵੀਡੀਓ ਨਹੀਂ ਬਣਾਈ ਜਿੰਨੀ ਦੇਰ ਮੇਰੇ ਕੋਲ ਐਗਜ਼ੈਕਟ ਠੀਕ ਮਾਲੂਮਾਤ ਨਾ ਪਹੁੰਚੇ, ਕਿਉਂਕਿ ਸਾਡਾ ਕੰਮ ਹੈ ਅਸੀਂ ਮੀਡੀਆ ਤੇ ਅਗਰ ਲੋਕਾਂ ਨੂੰ ਇਹਦੇ ਬਾਰੇ ਦੱਸ ਰਹੇ ਹਾਂ, ਸਾਡਾ ਕੰਮ ਹੈ ਜਿਹੜੀ ਐਗਜ਼ੈਕਟ ਸਹੀ ਮਾਲੂਮਾਤ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਤੇ ਸਰ ਜੀ ਪਹਿਲੇ ਤਾਂ ਸਾਨੂੰ ਇਹ ਦੱਸੋ ਕਿ ਇਹ ਅੱਜ ਦਾ ਪ੍ਰੋਗਰਾਮ ਕਰਾਉਣ ਦਾ ਮਕਸਦ ਕੀ ਹੈਗਾ ਸੀ? ਜੀ ਇਹ 850 ਸੀ ਅਕਤੂਬਰ ਵਿੱਚ ਲਾਂਚ ਕੀਤਾ ਸੀ ਜੀ ਸਰ ਔਰ ਉਹਦੇ ਵਿੱਚ ਲਿਫਟੋਮੈਟਿਕ ਸਿਸਟਮ ਹੀ ਦਿੱਤਾ ਸੀਗਾ। ਹੁਣ ਅਸੀਂ ਉਹ ਸਾਡਾ ਇਟਾਲੀਅਨ ਡਿਜ਼ਾਈਨ ਸੀ ਲੇਕਿਨ ਹੀਮਾ ਕੰਪਨੀ ਦਾ ਬਣਿਆ ਹੋਇਆ ਸੀ ਜੀ ਸਰ। ਹੁਣ ਅਸੀਂ ਜਨਵਰੀ ਤੋਂ ਇਹਦੇ ਵਿੱਚ ਇਟਲੀ ਦਾ ਬਣਿਆ ਹੋਇਆ ਲਿਫਟੋਮੈਟਿਕ ਲਗਾਇਆ ਹੈ। ਇਹਦੇ ਵਿੱਚ ਵੀ ਉਹੀ 6 ਕੰਟਰੋਲ ਔਰ ਫੰਕਸ਼ਨ ਨੇ ਜਿਹੜੇ ਉਸ ਦੇ ਵਿੱਚ ਵੀ ਸੀਗੇ, ਲੇਕਿਨ ਇਹ ਇਟਲੀ ਤੋਂ ਬਣ ਕੇ ਆਇਆ। ਦੀ ਸਾਖਤ ਡਿਫਰੈਂਟ ਹੈ ਤੇ ਇਹਦਾ ਐਡਜਸਟਮੈਂਟ ਕਿੱਦਾਂ ਕਰਨੀ ਹੈ, ਇਹਨੂੰ ਸੈੱਟ ਕਿਵੇਂ ਕਰਨਾ, ਅਗਰ ਇਹਦੀ ਮੇਨਟੇਨੈਂਸ ਹੈ, ਅਗਰ ਕੋਈ ਪ੍ਰੋਬਲਮ ਹੋ ਜਾਂਦਾ ਇਹਨੂੰ ਹੱਲ ਕਿਵੇਂ ਕਰਨਾ ਹੈ, ਉਸ ਮਕਸਦ ਲਈ ਅਸੀਂ ਆਪਣੇ ਜਨੂਬੀ ਪੰਜਾਬ ਦੇ ਮਕੈਨਿਕ ਹਜ਼ਰਾਤ ਜਿਹੜੇ ਕੰਪਨੀ ਦੇ ਆਥਰਾਈਜ਼ ਮਕੈਨਿਕ ਨੇ, 200 ਤੋਂ ਜ਼ਿਆਦਾ ਮਕੈਨਿਕ ਇਸ ਵਕਤ ਮੌਜੂਦ ਨੇ ਔਰ ਉਸ ਦੇ ਇਲਾਵਾ ਸਾਡੇ ਡੀਲਰ ਹਜ਼ਰਾਤ, ਮੁਹਤਰਮ ਡੀਲਰ ਹਜ਼ਰਾਤ ਸਾਡੇ ਸਾਰੇ ਆਏ ਹੋਏ ਨੇ, ਉਹਨਾਂ ਨੂੰ ਮਦੂ ਕੀਤਾ ਸੀ। ਇੱਥੇ ਮਕੈਨਿਕਾਂ ਨੂੰ ਬੁਲਾਇਆ, ਟ੍ਰੇਨਿੰਗ ਦਿੱਤੀ ਹੈ, ਉਸ ਤੋਂ ਬਾਅਦ ਕਿਸਾਨਾਂ ਨੂੰ ਵੀ ਕੁਝ ਬੁਲਾਇਆ, ਉਹਨਾਂ ਨੂੰ ਇਹ ਡੈਮੋ ਕਰਾਇਆ ਔਰ ਅਸੈਂਬਲੀ ਦੇ ਬਾਰੇ ਦੱਸਿਆ ਜੀ। ਉਹਦੇ ਇਲਾਵਾ ਅਸੀਂ ਇੱਥੇ ਜ਼ਰਈ ਤਹਿਕੀਕ ਦਾ ਅਦਾਰਾ ਹੈ ਗੌਰਮੈਂਟ ਆਫ ਪੰਜਾਬ ਦਾ ਬੜਾ ਜ਼ਬਰਦਸਤ, ਐਗਰੀਕਲਚਰ ਮੈਕਨਾਈਜੇਸ਼ਨ ਰਿਸਰਚ ਇੰਸਟੀਚਿਊਟ ਐਮਰੀ, ਉਹਨਾਂ ਦੇ ਇੰਜੀਨੀਅਰਸ ਨੂੰ ਵੀ ਬੁਲਾਇਆ ਹੈ। ਵਾਟਰ ਮੈਨੇਜਮੈਂਟ ਦੇ ਇੰਜੀਨੀਅਰਸ, ਐਗਰੀਕਲਚਰਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਬਲਡੋਜ਼ਰਾਂ ਵਾਲੇ ਮਹਿਕਮੇ ਦੇ ਇੰਜੀਨੀਅਰ ਵੀ ਆਏ ਹੋਏ ਸੀਗੇ ਔਰ ਕੁਝ ਬੜੇ ਜ਼ਿਮੀਦਾਰ ਵੀ ਮਦੂ ਕੀਤੇ ਸੀਗੇ। ਅੱਛਾ ਸਰ, ਜਿਵੇਂ ਤੁਸੀਂ ਦੱਸਿਆ ਕਿ ਇਹਦੇ ਵਿੱਚ ਹੁਣ ਜਿਹੜਾ ਲਿਫਟੋਮੈਟਿਕ ਹੈ ਉਹ ਇਟਾਲੀਅਨ ਲਿਫਟੋਮੈਟਿਕ ਲਗਾਇਆ ਗਿਆ ਹੈ। ਦੋ ਸਵਾਲ ਨੇ ਇਹ ਲੋਕ ਸਾਨੂੰ ਕਰਦੇ ਨੇ, ਕੰਪਨੀ ਤੱਕ ਸਾਡਾ ਜਿਹੜਾ ਨਾ ਅਸੀਂ ਸਵਾਲ ਪਹੁੰਚਾਣੇ ਹੈ। ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਪਹਿਲੇ ਤਾਂ ਜਿਹੜਾ ਹੀਮਾ ਕੰਪਨੀ ਦਾ ਹਾਈਡ੍ਰੋਲਿਕ ਕੰਪਨੀ ਨੇ ਲਗਾਇਆ ਸੀ ਉਹ ਕਿਸ ਵਜ੍ਹਾ ਤੋਂ ਕੰਪਨੀ ਨੇ ਬੰਦ ਕਰ ਦਿੱਤਾ? ਕਿਆ ਉਹ ਖਰਾਬ ਸੀ? ਲੋਕ ਕਹਿੰਦੇ ਨੇ ਵੀ ਉਹ ਖਰਾਬ ਸੀ ਜਾਂ ਗਲਤ ਸੀ। ਜਿਹੜਾ ਕੰਪਨੀ ਨੇ ਜਨਾਬ 4 ਟਰੈਕਟਰ ਸਾਨੂੰ ਵੇਚ ਦਿੱਤੇ ਨੇ ਤੇ ਹੁਣ ਇਟਾਲੀਅਨ ਲਿਫਟੋਮੈਟਿਕ ਲਗਾ ਦਿੱਤਾ ਹੈ। ਦੇਖੋ ਜੀ, ਅਸਲ ਭਾਈ ਆਸਿਫ ਸਾਹਿਬ ਗੱਲ ਇਹ ਹੈ ਕਿ ਕੰਪਨੀ ਹਾਈਡ੍ਰੋਲਿਕ ਸਿਸਟਮ ਫਰੋਖਤ ਨਹੀਂ ਕਰ ਰਹੀ, ਕੰਪਨੀ ਟਰੈਕਟਰ ਫਰੋਖਤ ਕਰ ਰਹੀ ਹੈ। ਕੰਪਨੀ ਆਪਣੇ ਟਰੈਕਟਰ ਔਰ ਨਵੇਂ ਮਾਡਲ ਦੇ ਉੱਤੇ ਕੋਈ ਐਸੀ ਚੀਜ਼ ਕਿਉਂ ਲਾਏਗੀ ਜਿਸ 'ਚ ਰਿਸਕ ਹੋਵੇ ਕਿ ਉਹ ਖੁਦਾ ਨਾ ਖਾਸਤਾ ਕਾਮਯਾਬ ਨਹੀਂ ਹੋਏਗਾ ਜਾਂ ਖਰਾਬ ਹੋਏਗਾ ਤਾਂ ਕਿ ਉਹਦਾ ਪ੍ਰੋਡਕਟ ਹੀ ਬਦਨਾਮ ਹੋ ਜਾਏ।
ਠੀਕ ਹੋ ਗਿਆ ਇਸ ਪ੍ਰੋਡਕਟ 850 ਦੀ ਜਿਹੜੀ ਨੇਕ ਨਾਮੀ ਔਰ ਸ਼ੋਹਰਤ ਬਣੀ ਹੈ ਜੀ। ਉਹਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਲਿਫਟੋਮੈਟਿਕ ਨੇ ਦਿੱਤਾ ਲਿਫਟੋਮੈਟਿਕ ਹੈ ਦਾ ਔਰ ਉਸੇ ਲਿਫਟੋਮੈਟਿਕ ਨੇ ਜਿਹੜਾ ਅਕਤੂਬਰ ਚ ਲਾਂਚਿੰਗ ਦੇ ਵਕਤ ਲੱਗਾ ਹੋਇਆ ਜੀ ਸੀ ਸਰ। ਹਿਮਾ ਕੰਪਨੀ ਦਾ ਜੀ ਸਰ। ਉਹਦੇ ਵਿੱਚ ਵੀ 6 ਕੰਟਰੋਲ ਨੇ ਉਹਦੇ ਵਿੱਚ ਵੀ ਪੋਜੀਸ਼ਨ ਕੰਟਰੋਲ ਹੈ, ਡਰਾਫਟ ਕੰਟਰੋਲ ਹੈ, ਫਲੋਟ ਕੰਟਰੋਲ ਹੈ, ਮਿਕਸ ਕੰਟਰੋਲ ਹੈ, ਲਿਫਟ ਆਰਮ ਸਲੋ ਔਰ ਤੇਜ਼ੀ ਨਾਲ ਚੁੱਕਣੀ ਔਰ ਥੱਲੇ ਲੈ ਕੇ ਜਾਣੀਆਂ ਜੀ। ਔਰ ਹਾਈਡ੍ਰਾਲਿਕ ਦਾ ਲੌਕ ਕੰਟਰੋਲ ਹੈ। ਜੀ ਸਰ। ਸਭ 6 ਦੇ 6 ਕੰਟਰੋਲ ਇਸ ਸਿਸਟਮ 'ਚ ਵੀ ਨੇ। ਅੱਛਾ, ਉਹ ਇੰਤਹਾਈ ਲੋਕਾਂ ਨੂੰ ਪਸੰਦ ਹੈ, ਜੀ। ਇੰਤਹਾਈ ਕਾਮਯਾਬ ਹੈ ਅਲਹਮਦੁਲਿल्लाह। ਔਰ ਜਿਹੜੇ ਜ਼ਿਮੀਂਦਾਰ ਕੋਲ ਚੱਲ ਰਿਹਾ ਉਹ ਬੜਾ ਖੁਸ਼ ਹੈ। ਬਲਕਿ ਦਸੰਬਰ ਤੱਕ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ, ਅਸੀਂ ਦੱਸਿਆ ਵੀ ਸੀ ਕਿ ਜਿਹੜੇ ਜ਼ਿਮੀਂਦਾਰ ਨੇ 31 ਦਸੰਬਰ ਤੱਕ ਸਾਤੋਂ ਟਰੈਕਟਰ ਬੁੱਕ ਕਰਾ ਲਿਆ ਸੀ, ਅਸੀਂ ਉਹਨੂੰ 2 ਸਾਲ ਦੀ ਵਾਰੰਟੀ ਦਿੱਤੀ ਹੈ। ਠੀਕ ਉਸ ਲਿਫਟੋਮੈਟਿਕ ਤੇ ਅਸੀਂ 2 ਸਾਲ ਜ਼ਿਮੀਂਦਾਰ ਨੂੰ ਵਾਰੰਟੀ ਦਿੱਤੀ ਇਹ ਹੋਈ 2 ਹੈ ਸਾਲ ਵਾਰੰਟੀ ਦੇਣ ਦਾ ਮਕਸਦ ਕੀ ਸੀ ਸਰ? ਕਿ ਇੱਕ ਨਵਾਂ ਪ੍ਰੋਡਕਟ ਲਾਂਚ ਕੀਤਾ ਹੈ, ਜ਼ਿਮੀਂਦਾਰਾਂ ਨੂੰ ਪਤਾ ਹੋਵੇ ਕਿ ਸਾਡਾ ਇੱਥੇ ਇੰਨਾ ਇਤਮਾਦ ਹੈ ਜੀ। ਕਿ ਸਾਨੂੰ ਡਰ ਹੀ ਕੋਈ ਨਹੀਂ ਹੈਗਾ। ਤੁਸੀਂ 2 ਸਾਲ ਚਲਾਓ, ਇਹ 'ਚ ਇਨਸ਼ਾਅੱਲਾ ਕੋਈ ਖਰਾਬੀ ਨਹੀਂ ਆਏਗੀ। ਪਾਕਿਸਤਾਨ ਦੇ ਵਿੱਚ ਇਹ ਵਾਹ, ਪਹਿਲੀ ਕੰਪਨੀ ਹੈ ਪਹਿਲੀ ਆਪਣੀ ਕੰਪਨੀ। ਜਿਹਨੇ 2 ਸਾਲ ਟਰੈਕਟਰ ਦੀ ਤੁਸੀਂ ਦੇਖੋ ਵਾਰੰਟੀ ਪਹਿਲੇ ਦਿੱਤੀ ਕਾਰ ਕੰਪਨੀਆਂ ਵੀ 1 ਸਾਲ ਦੀ ਵਾਰੰਟੀ ਦਿੰਦੀਆਂ ਹੁੰਦੀਆਂ ਹਾਂਜੀ। ਸੀ, ਫਿਰ ਰਫਤਾ ਕਾਰ ਕੰਪਨੀਆਂ ਨੇ ਕਿਹਾ ਜੀ ਸਾਡੀ ਕੁਆਲਿਟੀ ਇੰਨੀ ਅੱਛੀ ਹੈ ਜੀ। ਕਿ ਅਸੀਂ ਜਨਾਬ ਤੁਹਾਨੂੰ 3 ਸਾਲ ਵਾਰੰਟੀ ਦਿੰਨੇ ਆ। ਕਿਆ ਬਾਤ। ਮਿਲ ਤੇ ਗਰਾਰਾ ਲੱਗਾ ਜਿਹਨੂੰ ਬੁੱਲ ਗੇਅਰ ਕਹਿੰਦੇ ਆ, ਰਿਡਕਸ਼ਨ ਗੇਅਰ, ਐਡਾ ਵੱਡਾ ਗਰਾਰਾ ਹੈ। ਹਾਂਜੀ। ਮੇਰੇ ਕੋਲ ਹੁਣ ਟੋਯੋਟਾ ਯਾਰਸ ਕਾਰ ਹੈ, ਜੀ। ਉਹਦੀ 3 ਸਾਲ ਵਾਰੰਟੀ ਹੈ ਠੀਕ ਹੋ ਜਾਂ ਗਿਆ। 1 ਲੱਖ ਕਿਲੋਮੀਟਰ ਜੀ। ਜਿਹੜਾ ਪਹਿਲੇ ਹੋ ਜਾਂਦਾ ਹੈ। ਜੀ। ਅੱਛਾ, ਉਹ ਦੇਖੋ ਕਿੱਡੀ ਵੱਡੀ ਗੱਲ ਹੈਗੀ ਹੈ। ਜੀ। ਹੁਣ ਸਾਨੂੰ ਇੱਥੇ ਇਤਨਾ ਇਤਮਾਦ ਸੀ, ਇੰਨੀ ਅਸੀਂ ਇਹਦੀ ਰਿਸਰਚ ਡਿਵੈਲਪਮੈਂਟ ਕੀਤੀ ਸੀ, ਠੀਕ ਹੋ ਇੰਨਾ ਇਹ ਦੇਖੋ ਸੀ ਇੱਥੇ ਇਹਦੇ ਇੰਨੇ ਟੈਸਟ ਕੀਤੇ ਸੀ, ਬੰਪ ਟੈਸਟ ਕੀਤੇ ਹੋਏ ਸੀ ਕਿ ਅਸੀਂ ਕਿਹਾ ਜੀ ਅਸੀਂ 2 ਸਾਲ ਵਾਰੰਟੀ ਦਿੰਨੇ ਆ। ਸਹੀ ਸਿਰਫ ਹਾਈਡ੍ਰਾਲਿਕ ਦੀ ਵਾਰੰਟੀ ਥੋੜੇ ਹੈ, ਜੀ। ਇੰਜਨ ਦੀ ਹੈ, ਤੁਹਾਡੇ ਗੇਅਰਾਂ ਦੀ ਹੈ, ਟਰਾਂਸਮਿਸ਼ਨ ਦੀ ਹੈ, ਫਿਰ ਤੁਹਾਡੀ ਸ਼ਾਫਟਾਂ ਦੀ ਹੈ, ਪੂਰੇ ਟਰੈਕਟਰ ਦੀ ਤੁਹਾਨੂੰ 2 ਸਾਲ ਦੀ ਵਾਰੰਟੀ ਦੇਤੀ ਹੈ। ਬਿਲਕੁਲ ਤੇ ਉਹ ਹਾਈਡ੍ਰਾਲਿਕ ਬਿਹਤਰੀਨ ਹਾਈਡ੍ਰਾਲਿਕ ਹੈ, ਬੇਖੌਫ ਹੋ ਕੇ ਇਸਤੇਮਾਲ ਕਰੋ। ਇਹਦਾ ਸਾਡਾ ਸਿਰਫ ਮਸਲਾ ਇਹ ਸੀਗਾ ਕਿ ਸਾਨੂੰ ਹੁਣ ਕਿਉਂਕਿ ਟਰੈਕਟਰ ਦੀ ਪੈਦਾਵਾਰ ਵੱਧ ਗਈ ਹੈ, ਇਹਦੀ ਡਿਮਾਂਡ ਮਾਸ਼ਾਅੱਲਾ ਹੁਣ ਹਰ ਮਹੀਨੇ ਕਈ ਸੈਂਕੜਿਆਂ ਵਿੱਚ ਹੈ। ਤੇ ਅੱਲਾ ਦਾ ਫਜ਼ਲ ਹੋ ਗਿਆ ਅਲਹਮਦੁਲਿल्लाह, ਲੋਕਾਂ ਨੇ ਬੜਾ ਪਸੰਦ ਕੀਤਾ। ਉਹਨਾਂ ਦੀ ਪ੍ਰੋਡਕਸ਼ਨ ਘੱਟ ਸੀ ਉਸ ਅਸੈਂਬਲੀ ਦੀ, ਤੇ ਸਾਨੂੰ ਹੁਣ ਇਹ ਅਸੈਂਬਲੀਆਂ ਜ਼ਿਆਦਾ ਚਾਹੀਦੀਆਂ ਸੀ। ਸਰ ਇੱਕ ਗੱਲ ਜ਼ਰੂਰ ਵਿੱਚ ਐਡ ਕਰ ਦਿਓ ਕਿ ਕਿਆ ਹੀਮਾ ਕੰਪਨੀ ਦਾ ਜਿਹੜਾ ਹਾਈਡ੍ਰਾਲਿਕ ਲੱਗਾ ਹੋਇਆ ਸੀ ਉਹਦਾ ਪਾਰਟਸ ਬਾਅਦ ਤੇ ਲੋਕਾਂ ਨੂੰ ਮਿਲੇਗਾ? ਬਿਲਕੁਲ, ਉਹਦਾ ਪਾਰਟ ਸਾਡੇ ਕੋਲ ਮੌਜੂਦ ਹੈ। ਇਹ ਸਾਡਾ ਵੇਅਰ ਹਾਊਸ ਹੈ ਇੱਥੇ ਬਹੁਤ ਬੜਾ ਮੁਲਤਾਨ, ਜੀ, ਠੀਕ ਹੋ ਗਿਆ। ਇੱਥੇ ਅਸੀਂ ਉਹਦਾ ਪਾਰਟਸ ਰੱਖਿਆ ਹੈ। 2 ਸਾਲ ਉਹ ਅਸੀਂ ਵਾਰੰਟੀ ਦਿੱਤੀ ਹੈ, ਅਸੀਂ ਉਹਦੇ ਜ਼ਿੰਮੇਦਾਰ ਆ। ਨਹੀਂ, ਉਹ ਔਰ ਉਹਦੇ ਬਾਅਦ ਵੀ ਉਹਦਾ warranty ਤੋਂ ਪਾਰਟ ਬਾਅਦ ਸਾਡੇ ਕੋਲ ਉਹਦਾ ਮੁਕੰਮਲ ਪਾਰਟ, ਮੁਕੰਮਲ ਅਸੈਂਬਲੀ, ਹਰ ਚੀਜ਼ ਮੌਜੂਦ ਹੈ। ਵੈਰੀ ਗੁੱਡ ਜੀ। ਹਾਂਜੀ। ਅੱਛਾ, ਇਹ ਜਿਹੜਾ ਇਟਾਲੀਅਨ ਲਿਫਟੋਮੈਟਿਕ ਤੁਸੀਂ ਕੰਪਨੀ ਨੇ ਜਨਾਬ ਲਿਆਂਦਾ ਹੈ ਆਪਣੇ ਮਾਡਲ 850 ਦੇ ਵਿੱਚ, ਇਹ ਕਾਫੀ ਲੋਕਾਂ ਨੇ ਇਹਦੇ ਤੇ ਵੀਡੀਓ ਬਣਾਈ ਹੈ ਕਿ ਇਹ ਜਨਾਬ ਇਟਾਲੀਅਨ ਨਹੀਂ ਹੈ ਜਨਾਬ, ਇੰਡੀਆ ਵਿੱਚੋਂ ਬਣਵਾਇਆ ਗਿਆ ਹੈ। ਤੇ ਇੰਡੀਆ ਵਿੱਚੋਂ ਵੀ ਜਨਾਬ ਜਿਹੜਾ ਫਲਾਪ ਹੈਗਾ ਸੀ ਉਹਨਾਂ ਦੇ ਟਰੈਕਟਰਾਂ ਵਿੱਚ, ਤੇ ਉਹ ਜਨਾਬ ਲਗਾਇਆ ਗਿਆ ਹੈ। ਮੇਰੀ ਤਾਂ ਕੁਝ ਦੋਸਤਾਂ ਨਾਲ ਉਹਦੇ ਗੱਲਬਾਤ ਹੁੰਦੀ ਰਹਿੰਦੀ, ਉਹ ਤਾਂ ਕਹਿੰਦੇ ਨੇ ਵੀ ਨਿਊ ਹਾਲੈਂਡ ਸਾਡਾ ਕੋਈ ਵੀ ਮਾਡਲ ਐਸਾ ਨਹੀਂ ਜਿੰਦੇ ਵਿੱਚ ਲਿਫਟੋਮੈਟਿਕ ਫਲਾਪ ਹੋਇਆ ਹੋਵੇ। ਤੇ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਕਿ ਬਾਕੀ ਇਹ ਇੰਡੀਅਨ ਹੈ? ਨਹੀਂ, ਮੈਂ ਆਸਿਫ ਭਾਈ ਸਿਰਫ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਵੀ ਦੋਸਤ ਸਾਡੇ ਵਲੌਗ ਬਣਾਉਂਦੇ ਨੇ ਜਾਂ YouTube ਤੇ ਹੈਗੇ ਨੇ, ਸਭ ਸਾਡੇ ਭਾਈ ਨੇ ਔਰ ਸਭ ਦੇ ਨਾਲ ਅਲਹਮਦੁਲਿल्लाह ਸਾਨੂੰ ਦਿਲੋਂ ਮੁਹੱਬਤ ਔਰ ਪਿਆਰ ਹੈਗਾ ਜੀ। ਬਾਅਦ ਦਫਾ ਇਨਸਾਨ ਦੇ ਕੋਲ ਮਾਲੂਮਾਤ ਮੁਕੰਮਲ ਨਹੀਂ ਹੁੰਦੀਆਂ ਤੇ ਗਲਤ ਫਹਿਮੀ ਹੋ ਜਾਂਦੀ ਹੈ। ਇਹ ਜੋ ਉਹਨਾਂ ਨੇ ਗੁਫ਼ਤਗੂ ਕੀਤੀ ਹੈ ਉਹਨਾਂ ਦੀ ਗਲਤ ਫਹਿਮੀ ਤੇ ਮਬਨੀ ਹੈ। ਇੰਡੀਆ ਤੋਂ ਅਸੀਂ ਕੋਈ ਚੀਜ਼ ਇੰਪੋਰਟ ਹੀ ਨਹੀਂ ਕਰ ਸਕਦੇ। ਪਾਕਿਸਤਾਨ ਦੀ ਇੰਡੀਆ ਦੇ ਨਾਲ ਜਿਹੜੀ ਤਜਾਰਤ ਹੈ ਉਹ ਬੰਦ ਹੈ, ਤੁਹਾਡੇ ਇਲਮ 'ਚ ਹੋਣਾ ਚਾਹੀਦਾ। ਬਿਲਕੁਲ। ਅਸੀਂ ਇੰਡੀਆ ਦਾ ਕੋਈ ਪਾਰਟ, ਗੇਅਰ ਵੀ ਨਹੀਂ ਉੱਥੋਂ ਮੰਗਵਾ ਸਕਦੇ। ਠੀਕ ਹੋ ਗਿਆ ਜੀ। ਇਹ ਜਿਹੜੀ ਕੰਪਨੀ ਹੈ ਇਹਦੇ 6 ਪਲਾਂਟ ਨੇ, 2 ਇਟਲੀ 'ਚ ਪਲਾਂਟ ਨੇ, 1 ਪੋਲੈਂਡ ਵਿੱਚ ਪਲਾਂਟ ਹੈ, 1 ਚਾਈਨਾ 'ਚ ਪਲਾਂਟ ਹੈ, 2 ਇੰਡੀਆ 'ਚ ਪਲਾਂਟ ਨੇ ਜੀ। ਤੇ ਇਹ ਇੱਕ ਮਲਟੀਨੈਸ਼ਨਲ ਗਲੋਬਲ ਕੰਪਨੀ ਹੈ ਬਹੁਤ ਬੜੀ। ਔਰ ਇਹ CNH ਜਿਹੜਾ ਸਾਡਾ ਕੇਸ ਨਿਊ ਹਾਲੈਂਡ ਕੰਪਨੀ, ਉਹਨੂੰ ਵੀ ਹਾਈਡ੍ਰਾਲਿਕ ਸਿਸਟਮ ਇਹ ਬਣਾ ਕੇ ਦਿੰਦੇ ਆ। ਔਰ ਅਸੀਂ ਇਹ ਇਟਲੀ ਤੋਂ ਡਿਜ਼ਾਈਨ ਕਰਾਇਆ, ਇਟਲੀ ਤੋਂ ਬਣਵਾਇਆ, ਇਟਲੀ ਤੋਂ ਇੰਪੋਰਟ ਹੋਇਆ। ਸਹੀ ਹੋ ਗਿਆ। ਸੌਰੀ, ਸਾਡੇ ਕੋਲ ਇਹਦੇ तमाम ਇਟਲੀ ਦੇ ਇੰਪੋਰਟ ਦੇ ਕਾਗਜ਼ਾਤ, ਡਾਕੂਮੈਂਟ, ਹਰ ਚੀਜ਼। ਤੁਸੀਂ ਹੁਣ ਮੇਰੇ ਨਾਲ ਚੱਲੋਗੇ, ਮੈਂ ਤੁਹਾਨੂੰ ਇਹਦਾ ਜਿਹੜਾ ਸਪੂਲ ਵਾਲਵ ਕਿੱਟ ਵੀ ਆਈ ਹੈ ਉਹ ਦਿਖਾਣਾ। ਉਹਦੇ ਕਿਉਂਕਿ ਉਹ ਬਾਕਸ ਵਿੱਚ ਬੰਦ ਹੈ, ਉਸ ਬਾਕਸ ਤੇ ਇਟਲੀ ਲਿਖਿਆ ਹੋਇਆ। ਠੀਕ ਹੋ ਗਿਆ, ਮੇਡ ਇਨ ਇਟਲੀ। ਤੇ ਤੁਸੀਂ ਇਸ ਲਈ ਇਹ ਮੇਰੇ तमाम ਨਾਜ਼ਰੀਨ ਨੂੰ, ਆਪਣੇ तमाम YouTube ਵਾਲੇ ਭਾਈਆਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਸਾਤੋਂ ਤਸਦੀਕ ਕਰ ਲਿਆ ਕਰੋ ਕੋਈ ਐਸੀ ਮਾਲੂਮਾਤ ਦੇਣ ਤੋਂ ਪਹਿਲੇ। ਅੱਛਾ ਜੀ, ਇਹ ਇਟਾਲੀਅਨ ਜਿਹੜਾ ਲਿਫਟੋਮੈਟਿਕ ਹੈ ਇਹਦੇ ਕਿੰਨੇ ਫੰਕਸ਼ਨ ਨੇ? ਯਾਨੀ ਕਿ ਜਿਵੇਂ ਆਪਣੇ ਇਸ ਤੋਂ ਪਹਿਲੇ ਰਵਾਇਤੀ ਹਾਈਡ੍ਰਾਲਿਕ ਚੱਲ ਰਿਹਾ ਸੀ, ਡਰਾਫਟ ਔਰ ਕੰਟਰੋਲ ਜੀ, ਇਹ ਲੋਕ 2 ਲੀਵਰ ਵੇਖ ਕੇ ਨਾ ਸਿਰਫ ਇਹ ਸਮਝ ਲਿਆ ਕਿ ਇਹ ਵੀ ਜੀ ਡਰਾਫਟ ਕੰਟਰੋਲ ਹੈ। ਲੇਕਿਨ ਇਹਦੀਆਂ ਕਿੰਨੀਆਂ ਪੋਜੀਸ਼ਨਾਂ ਨੇ ਜੀ? ਉਹਦੇ ਆਪਣੇ ਪੁਰਾਣੇ ਸਿਸਟਮ ਵਿੱਚ ਹੁੰਦੀ ਇੱਕ ਡਰਾਫਟ ਪੋਜੀਸ਼ਨ ਤੇ ਇੱਕ ਡਰਾਫਟ ਕੰਟਰੋਲ, ਇੱਕ ਪੋਜੀਸ਼ਨ ਕੰਟਰੋਲ ਜੀ।
ਇਹਦੇ ਵਿੱਚ ਡਰਾਫਟ ਕੰਟਰੋਲ ਵੀ ਹੈ, ਪੋਜੀਸ਼ਨ ਕੰਟਰੋਲ ਵੀ ਹੈ, ਮਿਕਸ ਕੰਟਰੋਲ ਵੀ ਹੈ। ਜੀ। ਯਾਨੀ ਤੁਸੀਂ ਦੋਨਾਂ ਨੂੰ ਮਿਕਸ ਕਰਕੇ ਵੀ ਚਲਾ ਸਕਦੇ ਹੋ। ਠੀਕ ਹੋ ਗਿਆ। ਇੱਕ ਤੁਹਾਡਾ ਹਲ ਜ਼ਮੀਨ ਚੱਲ ਰਿਹਾ, ਤੁਸੀਂ ਚਾਹੁੰਦੇ ਹੋ ਵੀ ਇੰਨੀ ਗਹਿਰਾਈ ਇਹਦੀ ਲਾਜ਼ਮੀ ਰਵੇ, ਜੀ। ਇਸ ਗਹਿਰਾਈ ਨੂੰ ਤੁਸੀਂ ਡਰਾਫਟ ਵੀ ਦੇਣਾ ਚਾਹੁੰਦੇ ਹੋ ਜੀ। ਤੇ ਤੁਸੀਂ ਦੋਨੋਂ ਚੀਜ਼ਾਂ ਉਹਦੇ ਨਾਲ ਸੈੱਟ ਕਰ ਸਕਦੇ ਠੀਕ ਹੋ ਗਿਆ ਜੀ। ਅੱਛਾ, ਉਹਦੇ ਬਾਅਦ ਇਹਦੇ ਵਿੱਚ ਇਹ ਹੁਣੀ ਹੈ ਅਸੀਂ ਬੈੱਡ ਸ਼ੇਪਰ ਚਲਾਇਆ ਹੈ, ਹਾਂਜੀ। ਇਹ ਅਸੀਂ ਮਿਕਸ ਕੰਟਰੋਲ ਤੇ ਚਲਾਇਆ ਹੈ। ਠੀਕ ਹੋ ਤੁਸੀਂ ਇਹ ਦੇਖੋ ਇਹ ਕਿੰਨੀ ਸਿੱਧੀ ਕਿੰਨੀ ਹਮਵਾਰ ਖੇਲ ਬਣੀ ਹੈ। ਹਾਂ, ਯਾਨੀ ਕਿ ਐਵੇਂ ਹੈ ਨੀਵੀਂ ਉੱਚੀ ਨਹੀਂ ਹੈਗੀ। ਜਿਵੇਂ ਸ਼ੀਸ਼ਾ ਚਮਕ ਰਿਹਾ ਔਰ ਇੱਕ ਲੈਵਲ ਹੈ। ਹਾਂ, ਇੱਕ ਬਿਲਕੁਲ ਇੱਕ ਲੈਵਲ ਤੇ ਇਹ ਬਿਲਕੁਲ ਹੁਣ ਇਸ ਮਿਕਸ ਤਰ੍ਹਾਂ। ਕੰਟਰੋਲ ਦੇ ਉੱਤੇ ਚਲਾਈ ਹੈ। ਠੀਕ ਹੋ ਗਿਆ। ਅੱਛਾ, ਫਿਰ ਚੌਥਾ ਕੰਟਰੋਲ ਹੈ ਫਲੋਟ ਕੰਟਰੋਲ। ਠੀਕ ਹੋ ਗਿਆ ਜੀ। ਤੁਸੀਂ ਡਰਾਫਟ ਲੀਵਰ ਵੀ ਫੁੱਲ ਥੱਲੇ ਕਰਤਾ, ਪੋਜੀਸ਼ਨ ਵੀ ਥੱਲੇ ਕਰਤਾ, ਦੋਵੇਂ lever ਥੱਲੇ ਇੰਪਲੀਮੈਂਟ ਕਰ ਦਿੱਤੇ। ਆਪਣੇ ਵਜ਼ਨ ਦੇ ਨਾਲ ਫਲੋਟ ਕਰ ਰਿਹਾ ਹੈ, ਅੱਛਾ। ਆਪਣੇ ਵਜ਼ਨ ਦੇ ਨਾਲ ਚੱਲਦਾ ਪਿਆ ਹੈ। ਠੀਕ ਹੋ ਗਿਆ। ਹਾਈਡ੍ਰੋਲਿਕ ਠੀਕ ਹੋ ਉਸ ਵੇਲੇ ਉਹਦੇ ਉੱਤੇ ਹਾਈਡ੍ਰੋਲਿਕ ਦਾ ਕੋਈ ਜ਼ੋਰ ਨਹੀਂ ਲੱਗ ਰਿਹਾ। ਠੀਕ ਹੋ ਗਿਆ ਜੀ। ਇਹ 4 ਪੋਜੀਸ਼ਨਾਂ ਨੇ ਜੀ ਜੀ ਇਹ। ਸਰ। ਤੇ ਇਹ ਸਿਰਫ ਲਿਫਟੋਮੈਟਿਕ ਸਿਸਟਮ ਜੀ ਨੇ। ਫਿਰ ਪੰਜਵੀਂ ਕੰਮ ਹੋ ਗਿਆ ਕਿ ਆਪਾਂ ਬਟਨ ਨੱਪ ਕੇ ਇਹਨੂੰ ਉੱਤੇ ਕਰ ਸਕਦੇ ਹਾਂ ਤੇ ਥੱਲੇ ਸੱਟ ਸਕਦੇ ਹਾਂ। ਜੀ। ਤੇ ਛੇਵਾਂ ਕੰਮ ਹੋ ਗਿਆ ਕਿ ਅਸੀਂ ਇਹਨੂੰ ਲਾਕ ਕਰ ਸਕਦੇ ਹਾਂ। ਪਾਕਿਸਤਾਨ ਦੇ ਹੋਰ ਕਿਸੇ ਟਰੈਕਟਰ ਜਿਹੜੇ ਹਾਈਡ੍ਰੋਲਿਕ ਲੱਗੇ ਨੇ ਜਾਂ ਕਿਸੇ ਕੰਪਨੀ ਦੇ ਉਹਦਾ ਹਾਈਡ੍ਰੋਲਿਕ ਲਾਕ ਵੀ ਨਹੀਂ ਹੁੰਦਾ। ਹਾਂਜੀ। ਇਹਦਾ ਹਾਈਡ੍ਰੋਲਿਕ ਸਿਸਟਮ ਮੁਕੰਮਲ ਲਾਕ ਹੋ ਜਾਏਗਾ। ਤੁਸੀਂ ਪਿੱਛੇ ਹਲ ਚੱਕਿਆ ਹੋਇਆ ਜੀ। ਹੈ, ਰੋਡ ਤੇ ਜਾ ਰਹੇ ਹੋ, ਹਾਈਡ੍ਰੋਲਿਕ ਲਾਕ ਕਰ ਦਿਓ, ਸਹੀ। ਇੱਥੋਂ ਪਿਸ਼ਾਵਰ ਚਲੇ ਜਾਓ, ਉਹਨੇ ਇੱਕ ਸੂਤਰ ਥੱਲੇ ਨਹੀਂ ਹੋਣਾ। ਕੀ ਬਾਤ ਹੈ। ਬਲਕਿ ਮੈਂ ਤਾਂ ਕਹਿੰਦਾ ਅਗਰ ਲਾਕ ਕਰ ਦਿਓ ਤਾਂ ਸਾਰੀ ਉਮਰ ਵੀ ਖੜਾ ਰਵੇ ਤੇ ਨੇ ਹਾਈਡ੍ਰੋਲਿਕ ਥੱਲੇ ਨਹੀਂ ਸੇਫਟੀ ਹੋ ਜਾਏਗੀ ਜੀ। ਹਾਂਜੀ। ਬਿਲਕੁਲ ਹਾਂਜੀ। ਅੱਛਾ ਸਰ ਜੀ, ਇੱਕ ਹੋਰ ਗੱਲ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਤੱਕ ਇਹ ਮਾਲੂਮਾਤ ਪਹੁੰਚੇ ਔਰ ਲੋਕ ਇਹਦੇ ਤੋਂ ਫਾਇਦਾ ਉਠਾ ਸਕਣ। ਜੀ। ਮੈਂ ਅਗਲੇ ਦਿਨ ਵੇਖਿਆ ਇੱਕ ਬੰਦਾ ਜਨਾਬ ਇਹੋ 850 ਖਰੀਦ ਕੇ ਪੁਰਾਣੇ ਹਾਈਡ੍ਰੋਲਿਕ ਤਰ੍ਹਾਂ ਇੱਥੇ ਹੱਥ ਰੱਖੀ ਫਿਰਦਾ। ਮੈਂ ਮੁੜ ਵੀ ਉਹਨੂੰ ਪੁੱਛਿਆ, ਉਹਨੇ ਆਖਾ ਮੈਂ ਬੜਾ ਮੁਤਮਿਨ ਹਾਂ, ਦੂਜੇ ਟਰੈਕਟਰਾਂ ਨਾਲੋਂ ਬੜਾ ਚੰਗਾ ਚੱਲਦਾ ਪਿਆ, ਹਾਈਡ੍ਰੋਲਿਕ ਬੜਾ ਚੰਗਾ ਹੈ। ਮੁੜ ਮੈਂ ਜਦੋਂ ਮੈਨੂੰ ਥੋੜਾ ਜਿਹਾ ਇਲਮ ਹੈਗਾ ਸੀ, ਜਦੋਂ ਉਹਨੂੰ ਸਮਝਾਇਆ ਵੀ ਇਹ ਤਾਂ ਹਾਈਡ੍ਰੋਲਿਕ ਬੜਾ ਕਮਾਲ ਹੈ ਤੇ ਤੂੰ ਐਂ ਕਿਉਂ ਆਇਆ ਫਿਰਨਾ, ਜਦੋਂ ਉਹਨੂੰ ਸੈਟਿੰਗ ਨਾਲ ਬਾ ਕੇ ਤੁਹਾਨੂੰ ਵਿਖਾਈ ਤਾਂ ਦੱਸੀ ਨਾ, ਤੇ ਮੈਂ ਉਹਨੂੰ ਆਖਿਆ ਵੀ ਹੁਣ ਮੈਂ ਥੱਲੇ ਖੜਾ ਤੇ ਤੂੰ 2 ਚੱਕਰ ਲਿਆ। ਉਹਨੇ ਦੋ ਚੱਕਰ ਲਿਆਂਦੇ ਨਾ, ਆਂਦਾ ਖਿੱਚੀ ਸਾਹਿਬ ਤੁਸੀਂ ਇਹਨੂੰ ਪਤਾ ਨਹੀਂ ਕੀ ਦਮ ਕਰ ਦਿੱਤਾ ਹੈ, ਆ ਤਾਂ ਅਸਲੋਂ ਹੀ ਕਮਾਲ ਹੋ ਗਈ ਹੈ। ਬੜਾ ਮਜ਼ੇਦਾਰ ਗੱਲ ਹੈ ਜੀ। ਇਸੇ ਲਈ ਅਸੀਂ ਅਸਲ 'ਚ ਮਕੈਨਿਕਸ ਦੀ ਟ੍ਰੇਨਿੰਗ ਕੀਤੀ ਹੈ। ਹੁਣ ਦੇਖੋ ਨਾ 200-250 ਬੰਦਾ ਹੈ, ਹਾਂਜੀ। ਡੀਲਰ ਵੀ ਨੇ, ਉਹਨਾਂ ਦੇ ਮੈਨੇਜਰਸ ਵੀ ਨੇ। ਜੀ। ਹੁਣ ਇਹ ਸਾਰੀ ਇਹ ਗੱਲ ਇਨਸ਼ਾਅੱਲਾ ਤਾਲਾ ਮਾਲੂਮਾਤ ਜ਼ਿਮੀਦਾਰ ਨੂੰ ਦੇਣਗੇ। ਜਿਹੜਾ ਦੋਸਤ ਟਰੈਕਟਰ ਖਰੀਦੇਗਾ ਉਹਨੂੰ ਸਮਝਾ ਸਕਦੇ ਆ। ਹਾਂਜੀ। ਉਹਨੂੰ ਪਹਿਲੇ ਸਿਰਫ ਮੇਰਾ ਭਰਾ ਸਿਰਫ ਖਿੱਚੀ ਕੱਲਾ ਜ਼ੋਰ ਲਾ ਰਿਹਾ ਹਾਂਜੀ। ਸੀ ਔਰ ਕੱਲਾ YouTube ਦਾ ਬੰਦਾ ਜਿਹਨੂੰ ਇਹਦੀ ਮੁਕੰਮਲ ਸਮਝ ਵੀ ਸੀ, ਆਗਾਹੀ ਵੀ ਸੀ, ਉਹ ਲੋਕਾਂ ਨੂੰ ਸਮਝਾਉਂਦੇ ਵੀ ਸੀਗੇ। ਜੀ। ਲੇਕਿਨ ਹੁਣ ਇਹ 250 ਬੰਦਾ ਤਿਆਰ ਕਰਕੇ ਘੱਲ ਰਹੇ ਆ ਤਾਂ ਕਿ ਸਰ ਤੁਹਾਡਾ ਬਹੁਤ ਕੰਮ ਅੱਛਾ ਸੌਖਾ ਹੋ ਕੀਤਾ ਜਾਏ। ਤੁਸੀਂ ਕਿ ਜਿਹੜਾ ਕਿਸਾਨ ਟਰੈਕਟਰ ਖਰੀਦੇਗਾ ਉਹਨੂੰ ਜਨਾਬ ਇਹਦੀ ਮੁਕੰਮਲ ਮਾਲੂਮਾਤ ਦਿੱਤੀ ਜਾਵੇਗੀ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਲਿਫਟੋਮੈਟਿਕ ਕੀ ਚੀਜ਼ ਹੈ ਔਰ ਇਹਦੇ ਤੋਂ ਤੁਸੀਂ ਫਾਇਦਾ ਉਠਾ ਸਕੋ। ਇਹ ਸਾਡੇ ਜ਼ਿਲ੍ਹਾ ਰਾਜਨਪੁਰ ਤੋਂ ਲੈ ਕੇ ਜ਼ਿਲ੍ਹਾ ਚਨਿਓੜ ਤੱਕ, ਇੱਧਰੋਂ ਜ਼ਿਲ੍ਹਾ ਰਹੀਮ ਯਾਰ ਖਾਨ ਤੋਂ ਲੈ ਕੇ ਜ਼ਿਲ੍ਹਾ ਪਾਕਪਤਨ ਤੱਕ ਦੇ ਅੱਜ ਮਕੈਨਿਕ ਇੱਥੇ ਆਏ ਹੋਏ ਨੇ। ਅੱਛਾ ਸਰ, ਨਾ ਇਹ ਜਿਹੜੀ ਅਸੈਂਬਲੀ ਹੁਣ ਤੁਸੀਂ ਲਗਾਈ ਹੈ ਜੀ, ਲੇਜ਼ਰ ਵਾਲੀ ਅਸੈਂਬਲੀ, ਅਸੀਂ ਆਦੀ ਜ਼ਬਾਨ ਵਿੱਚ ਕਹਿੰਦੇ ਹਾਂ, ਆਮ ਪੰਜਾਬੀ ਵਿੱਚ ਵੀ ਲੇਜ਼ਰ ਵਾਲੇ ਪੈਂਪ ਜਨਾਬ। ਅੱਛਾ, ਉਹ ਅਸੈਂਬਲੀ ਪਹਿਲੇ ਨਹੀਂ ਲੱਗੀ ਹੋਈ ਸੀ ਤੇ ਲੋਕਾਂ ਨੇ ਬੜਾ ਇਸ਼ੂ ਬਣਾਇਆ, ਉਹ ਤਾਂ ਇੰਜ ਹੋ ਗਿਆ ਤੇ ਇਹ ਹੋ ਗਿਆ ਤੇ ਉਹ ਹੋ ਗਿਆ। ਇਹ ਵੀ ਜ਼ਰੂਰ ਦੱਸੇ ਚਲੋ ਕਿ ਕੰਪਨੀ ਨੇ ਪਹਿਲੇ ਅਸੈਂਬਲੀ ਲਾ ਕੇ ਕਿਉਂ ਨਹੀਂ ਗੱਲੀ ਇਸ ਲਿਫਟੋਮੈਟਿਕ ਨੂੰ, ਜਾਂ ਹੁਣ ਕੰਪਨੀ ਲਾ ਕੇ ਦੇ ਰਹੀ ਹੈ ਜਾਂ ਨਹੀਂ, ਜਾਂ ਪਹਿਲੇ ਟਰੈਕਟਰ ਜਿਹੜੇ ਸੇਲ ਹੋ ਗਏ ਨੇ ਉਹ ਹੁਣ ਕਿੱਥੋਂ ਅਸੈਂਬਲੀ ਲਵਣਗੇ। ਅੱਛਾ ਮੈਂ ਅਰਜ਼ ਕਰ ਦਿੰਦਾ, ਪਾਕਿਸਤਾਨ 'ਚ ਵੀ ਜਿਤਨੇ ਟਰੈਕਟਰ ਬਣ ਰਹੇ ਨੇ ਜਾਂ ਤੁਸੀਂ ਦੇਖੋ ਕਿ ਦੁਨੀਆ 'ਚ ਵੀ ਜਿਹੜੇ ਪਾਕਿਸਤਾਨ 'ਚ ਬਣਦੇ ਨੇ ਉਹਨਾਂ ਤੇ ਲੋਕ ਸਪੂਲ ਵਾਲ ਵਾਲੀ ਅਸੈਂਬਲੀ ਹਮੇਸ਼ਾ ਮਾਰਕੀਟ ਤੋਂ ਖਰੀਦ ਕੇ ਲਗਾਉਂਦੇ ਆ। ਬਿਲਕੁਲ ਜੀ, ਕਿਸੇ ਟਰੈਕਟਰ ਤੇ ਨਹੀਂ ਲੱਗੀ ਹੁੰਦੀ। ਹਾਂਜੀ, ਬੇਸ਼ੱਕ ਸਾਡੇ ਖਰੀਦ ਕੇ ਟਰੈਕਟਰ ਨੇ ਲਗਾਉਣੀ ਪੈਂਦੀ ਹੈ, 480 ਗਾਜ਼ੀ 640 ਦਬੰਗ ਸੀਗਾ ਜੀ। ਜਾਂ 850 ਜਿਹੜਾ ਹਿਮਾ ਵਾਲਾ ਸੀਗਾ, ਉੱਤੇ ਕਿਹੜਾ ਸਪੂਲ ਵਾਲਵ ਕਿੱਟ ਲੱਗੀ ਹੋਈ ਸੀ ਜੀ। ਲੇਕਿਨ ਇਹ ਕਿਉਂਕਿ ਲੋਕਾਂ ਨੇ ਨਵਾਂ ਦੇਖਿਆ ਸੀ, ਉਹਨਾਂ ਨੂੰ ਗਲਤ ਫਹਿਮੀ ਹੋ ਗਈ ਕਿ ਇਹਨੂੰ ਤੇ ਲੱਗ ਹੀ ਨਹੀਂ ਸਕਦੀ ਜੀ। ਜੀ। ਉਹ ਹੁਣ ਅਸੀਂ ਉਹਨਾਂ ਨੂੰ ਇਟਲੀ ਤੋਂ ਮੰਗਾ ਕੇ ਲਾ ਕੇ ਤੁਸੀਂ ਅਜੇ ਦਿਖਾ ਦਿਓਗੇ ਕਿ ਲੱਗਦੀ ਹੈ। ਤੁਸੀਂ ਲੇਜ਼ਰ ਵੀ ਦੇਖ ਲਿਆ ਚੱਲਦਾ ਪਿਆ ਹੈ, ਹਰ ਚੀਜ਼ ਇਹਨਾਂ ਚੱਲਦੀ ਹੈ। ਇੱਕ ਚੀਜ਼ ਹੈ ਕਿ ਇਹ ਕਿੱਟ ਤੁਸੀਂ ਇਹਦੇ ਨਾਲ, ਕਿਉਂਕਿ ਇਟਲੀ ਦਾ ਹਾਈਡ੍ਰੋਲਿਕ ਹੈ, ਬਹੁਤ ਮਹਿੰਗਾ ਹਾਈਡ੍ਰੋਲਿਕ ਹੈ, ਕਈ ਲੱਖਾਂ ਰੁਪਏ ਦਾ ਹੈ। ਬਿਲਕੁਲ ਇਹਦੀ ਸੇਫਟੀ ਵਾਸਤੇ ਤੁਸੀਂ ਇਹਦੇ ਨਾਲ ਇਟਲੀ ਵਾਲੀ ਸਪੂਲ ਵਾਲ ਕਿੱਟ ਲਗਾਣੀ ਹੈ, ਕੰਪਨੀ ਤੋਂ ਤੁਹਾਨੂੰ ਮਿਲੇਗੀ। ਇਹਦੀ ਕੀਮਤ ਤਕਰੀਬਨ 1 ਲੱਖ ਰੁਪਏ ਹੈ। ਲੇਕਿਨ ਕੰਪਨੀ ਤਾਰਫੀ ਤੌਰ ਦੇ ਉੱਤੇ, ਔਰ ਕਿਉਂਕਿ ਜਨਵਰੀ 'ਚ ਵੀ ਅਸੀਂ ਟਰੈਕਟਰ ਦਿੱਤੇ ਨੇ, ਫਰਵਰੀ 'ਚ ਵੀ ਦਿੱਤੇ ਨੇ, ਤੇ ਅਸੀਂ ਉਹਨਾਂ ਦੋਸਤਾਂ ਨੂੰ ਸਿਰਫ 35,000 ਰੁਪਏ 'ਚ ਲਗਾ ਕੇ ਦੇਾਂਗੇ ਔਰ ਉਹਨਾਂ ਦੇ ਇਲਾਕੇ ਜਾ ਕੇ, ਵਰਕਸ਼ਾਪ ਤੇ ਜਾ ਕੇ, ਡੀਲਰਸ਼ਿਪ ਤੇ ਜਾ ਕੇ ਉਹਨਾਂ ਦੇ ਰਕਬੇ ਤੇ ਵੀ ਲਾ ਦੇਾਂਗੇ ਜਾ ਕੇ ਮੌਕਾ। ਅੱਛਾ, ਔਰ ਸਿਰਫ ਅਸੈਂਬਲੀ ਨਹੀਂ ਹੈ, ਅਸੈਂਬਲੀ ਸਪੂਲ ਵਾਲ ਦੇ ਨਾਲ ਜਿਹੜੇ ਪਾਈਪ ਲੱਗਣੇ ਨੇ, ਕਪਲਰ ਲੱਗਣੇ ਨੇ, ਪਲੇਟਾਂ ਲੱਗਣੀਆਂ ਨੇ, ਹਰ ਮੁਕੰਮਲ ਫਿਟਮੈਂਟ ਦੇ ਨਾਲ ਸਾਰਾ ਕੰਮ ਹੈ। ਯਾਨੀ ਕਿ ਤੁਸੀਂ ਬਸ ਆਦੇ ਲੇਜ਼ਰ ਦੇ ਜਾਂ ਟਰਾਲੇ ਦੇ ਪੈਪ ਫਦਨੇ ਤੇ ਇਹਨੂੰ ਲਾ ਦੇਣੇ ਬਸ ਜੀ, ਤੇ ਉਵੇਂ ਹੀ ਉਤਾਰ ਲੈਣੇ। ਤੇ ਇਸ ਲਿਫਟ ਇਹਦਾ ਸਪੂਲ ਵਾਲ ਕਿੱਟ ਦਾ ਫਾਇਦਾ ਇਹ ਹੈ ਕਿ ਇਹਦੇ ਵਿੱਚ ਸੇਫਟੀ ਵਾਲ ਲੱਗਾ ਹੋਇਆ ਹੈ। ਅਗਰ ਤੁਹਾਡਾ ਕੋਈ ਬੰਦਾ ਗਲਤੀ ਨਾਲ ਉਹਨੂੰ ਪ੍ਰੈਸ ਕਰ ਵੀ ਦਿੰਦਾ ਹੈ, ਯਾਨੀ ਕਿ ਮਗਰ ਕੋਈ ਔਜ਼ਾਰ ਨਹੀਂ ਹੈ ਤੇ ਤਾਂ ਇਹ ਸਾਰਾ ਤੇਲ ਹਾਂਡੇ 'ਚ ਵਾਪਸ ਚਲਾ ਜਾਏਗਾ ਔਰ ਤੁਹਾਡਾ ਨਾਲ ਆਇਲ ਜ਼ਾਇਆ ਹੋਏਗਾ, ਨਾ ਤੁਹਾਡਾ ਹਾਈਡ੍ਰੋਲਿਕ ਡੈਮੇਜ ਹੋਏਗਾ। ਅੱਛਾ ਸਰ, ਨਾ ਇਹ ਆਪਣੇ ਰਵਾਇਤੀ ਪਹਿਲੇ ਤਾਂ ਟਰੈਕਟਰਾਂ ਦੇ ਵਿੱਚ ਨਾ ਸਿਰਫ ਉਹ
ਇੱਕ ਸਿੰਗਲ ਜਿਹੜਾ ਨਾ ਲੱਗੀ ਹੋਈ ਸੀ ਪੈਪ, ਇੱਕ ਆਊਟਪੁੱਟ ਇੱਕ ਇਨਪੁੱਟ, ਤੇ ਯਾਨੀ ਕਿ ਤੇਲ ਜਾਣਾ ਔਰ ਵਾਪਸ ਆਉਣਾ ਹੈ। ਇਹ ਇਹਦੇ ਕਿੰਨੇ ਫੰਕਸ਼ਨ ਹੈ? ਕਾਫੀ ਮੈਂ ਦੇਖ ਰਹੀ ਹਾਂ ਤਕਰੀਬਨ ਦੋ ਆਪਣੇ ਇਹਦੇ ਵਿੱਚ ਦੋ ਲੀਵਰ ਨੇ ਔਰ ਦੋ ਜ਼ਰਈ ਹਾਲਾਤ ਤੁਸੀਂ ਜਾਂ ਕਮਰਸ਼ੀਅਲ ਹਾਲਾਤ ਇੱਕ ਵਕਤ ਇਸਤੇਮਾਲ ਕਰ ਸਕਦੇ ਹੋ। ਇੱਕ ਲੀਵਰ ਨਾਲ ਔਰ ਦੋ ਪਾਈਪਸ ਜਿਹੜੇ ਜਿਸ ਤਰ੍ਹਾਂ ਤੁਸੀਂ ਦੱਸਿਆ ਉਹਦੇ ਨਾਲ ਅਗਰ ਤੁਹਾਡਾ ਜਾ ਫਰੰਟ ਲੋਡਰ ਜਾਂ ਬਕਟ ਹੈ ਤੇ ਇੱਕ ਜਿਹੜਾ ਲੀਵਰ ਹੈ ਉਹਦੇ ਨਾਲ ਤੁਸੀਂ ਪਿੱਛੇ ਉਸੇ ਵੇਲੇ ਜੈਕ ਵਾਲੀ ਟਰਾਲੀ ਵੀ ਇਸਤੇਮਾਲ ਸਕਦੇ ਹੋ। ਇੱਕ ਨਾਲ ਅੱਗੇ ਜਿਹੜਾ ਕਰਾਇਆ ਫਰੰਟ ਬਲੇਡ ਉਹ ਇਸਤੇਮਾਲ ਬਿਲਕੁਲ ਸਕਦੇ ਜਾਂ ਇੰਜ ਵੀ ਹੋ ਸਕਦਾ ਦੋਸਤੋ ਕਿ ਇਹ ਬੜੀ ਜ਼ਬਰਦਸਤ ਚੀਜ਼ ਮੈਨੂੰ ਲੱਗੀ ਹੈ ਕਿ ਅਗਰ ਤੁਸੀਂ ਮਗਰ ਹੱਲਾਂ ਪਾਈਆਂ ਹੋਈਆਂ ਨੇ, ਸਾਡੇ ਕਿਸਾਨਾਂ ਦਾ ਸ਼ੌਕ ਹੈ ਕਿ ਟਾਪ ਲਿੰਕ ਪ੍ਰੈਸ਼ਰ ਵਾਲੀ ਹੋਵੇ, ਤਾਂ ਪ੍ਰੈਸ਼ਰ ਵਾਲੀ ਟਾਪ ਲਿੰਕ ਵੀ ਹੁਣ ਜਨਾਬ ਤੁਸੀਂ ਇਸਤੇਮਾਲ ਕਰ ਸਕਦੇ ਹੋ। ਇੱਕ ਜਨਾਬ ਇਹ ਲੀਵਰ ਦਬਾਓ ਤੇ ਟਾਪ ਲਿੰਕ ਛੋਟੀ, ਤੇ ਇੱਕ ਦਬਾਓ ਤੇ ਬੜੀ। ਇਹ ਇੰਪੋਰਟਡ ਟਰੈਕਟਰਾਂ ਵਾਲਾ ਫੰਕਸ਼ਨ ਅਲਗਾਜ਼ੀ ਕੰਪਨੀ ਨੇ ਆਪਣੇ 850 ਵਿੱਚ ਦੇ ਦਿੱਤਾ ਹੈ। ਅੱਛਾ ਜੀ, ਇਸ ਤੋਂ ਬਾਅਦ ਸਰ ਇਹ ਦੱਸਦੇ ਚਲੋ ਕਿ ਹੁਣ ਕੰਪਨੀ ਇਹ ਨਾਲ ਲਾ ਕੇ ਦੇ ਰਹੀ ਹੈ? ਇਹ ਇਸ ਵਕਤ ਆਪਸ਼ਨਲ ਹੈਗਾ। ਅੱਛਾ, ਯਾਨੀ ਕਿਉਂਕਿ ਹਰ ਜ਼ਿਮੀਦਾਰ ਨੂੰ ਜ਼ਰੂਰਤ ਨਹੀਂ ਹੁੰਦੀ। ਨਹੀਂ ਤਾਂ ਸਰ ਕੰਪਨੀ ਇੰਜ ਕਰ ਲਾ ਦੇਗੀ ਤੇ ਕੀਮਤ ਵਧਾ ਦੇਗੀ। ਹੁਣ ਤੁਸੀਂ ਇੱਕ ਜ਼ਿਮੀਦਾਰ ਹੋ, ਤੁਹਾਨੂੰ ਲੋਡ ਨਹੀਂ ਹੈ ਤੇ ਤੁਹਾਨੂੰ ਮੈਂ ਜ਼ਬਰਦਸਤੀ ਤੁਹਾਤੋਂ ਪੈਸੇ ਲੈ ਕੇ ਲਾ ਦਿਆਂ। ਮੈਂ ਜ਼ਿਮੀਦਾਰ ਆ, ਮੈਨੂੰ ਲੋਡ ਹੈ, ਮੈਂ 35,000 ਰੁਪਇਆ ਦੇ ਕੇ ਲਵਾਈ ਜਾ ਰਿਹਾ। ਠੀਕ ਹੋ ਗਿਆ। ਤੇ ਇਸ ਲਈ ਬਹੁਤ ਸਾਰੇ ਜ਼ਿਮੀਦਾਰ ਆ ਜਿਨ੍ਹਾਂ ਨੂੰ ਨਹੀਂ ਵੀ ਜ਼ਰੂਰਤ ਹੁੰਦੀ ਇਸ ਚੀਜ਼ ਦੀ, ਤੇ ਆਪਸ਼ਨਲ ਦਿੱਤਾ ਹੋਇਆ ਹੈ। ਲੇਕਿਨ ਇਹ ਹੋ ਸਕਦਾ ਹੈ ਕਿ ਕੁਝ ਮਹੀਨੇ ਬਾਅਦ ਹੀ ਤੁਹਾਨੂੰ ਪਤਾ ਲੱਗੇ ਕਿ 1 ਜਾਂ 2 ਮਹੀਨੇ ਬਾਅਦ ਕੰਪਨੀ ਨੇ ਕੀਮਤ ਵਧਾਤੀ ਹੈ ਔਰ ਟਰੈਕਟਰ ਦੀ ਕੀਮਤ 'ਚ 1 ਲੱਖ ਰੁਪਏ ਦਾ ਇਜ਼ਾਫਾ ਹੋ ਗਿਆ ਔਰ 1 ਲੱਖ ਰੁਪਏ ਦਾ ਇਜ਼ਾਫਾ ਕਰਕੇ ਅਸੀਂ ਨਾਲ ਲਾ ਦੇਵਾਂਗੇ ਜਨਾਬ। ਸਰ ਅੱਛਾ, ਇੱਕ ਹੋਰ ਸਵਾਲ ਵੀ ਹੈ ਮੈਨੂੰ ਹੁਣ ਯਾਦ ਆਇਆ ਕਿ ਸਾਡੇ ਕਿਸਾਨ ਭਾਈ ਜਿਹੜੇ ਲਿਫਟੋਮੈਟਿਕ ਨੂੰ ਜਾਣ ਗਏ ਨੇ ਨਾ, ਉਹ ਕਹਿੰਦੇ ਨੇ ਕਿ ਸਾਨੂੰ ਅਲਗਾਜ਼ੀ ਟਰੈਕਟਰ ਜਿਹੜਾ 65 HP ਹੈ ਨਾ, ਉਹਦੇ ਵਿੱਚ ਵੀ ਲਿਫਟੋਮੈਟਿਕ ਚਾਹੀਦਾ ਹੈ। ਅਸੀਂ ਆਪਣੇ ਰਿਸਰਚ ਐਂਡ ਡਿਵੈਲਪਮੈਂਟ ਦੇ ਜਿਹੜੇ ਹੈੱਡ ਨੇ ਇੰਜੀਨੀਅਰਿੰਗ ਦੇ, ਇਟਾਲੀਅਨ ਸਾਡਾ ਜਿਹੜਾ ਇੰਜੀਨੀਅਰ ਹੈ ਕਲਾਡੀਓ ਬਿਨਾਸੀ, ਚੀਫ ਇੰਜੀਨੀਅਰ, ਉਹਨਾਂ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਤੁਸੀਂ ਸਾਡੇ 480 ਗਾਜ਼ੀ 640 ਵਿੱਚ ਵੀ ਇਹ ਆਪਸ਼ਨ ਦੇ ਦਿਓ। ਉਹ ਹੁਣ ਉਹਨਾਂ ਦੇ ਅੰਡਰ ਹੈ, ਉਹਨਾਂ ਨੇ ਫੈਸਲਾ ਕਰਨਾ ਹੈ ਮੈਨੇਜਮੈਂਟ ਨੇ। ਉਮੀਦ ਹੈ ਇਨਸ਼ਾਅੱਲਾ ਆਉਣ ਵਾਲੇ ਦਿਨਾਂ ਜ਼ਿਮੀਦਾਰਾਂ ਨੂੰ ਖੁਸ਼ਖਬਰੀਆਂ ਦਿੰਦੇ ਰਵਾਂਗੇ। ਬਹੁਤ ਜ਼ਬਰਦਸਤ। ਅੱਛਾ ਸਰ, ਅਗਰ ਕੋਈ ਇਹ ਲਿਫਟੋਮੈਟਿਕ ਹਾਈਡ੍ਰੋਲਿਕ ਪੂਰਾ ਟਾਪਾ ਖਰੀਦਣਾ ਚਾਹੁੰਦਾ ਹੈ, ਆਪਣੇ ਕਿਸੇ ਵੀ ਆਪਣੇ ਟਰੈਕਟਰ ਉੱਤੇ ਲਗਾ ਸਕਦਾ ਹੈ ਜੀ, ਤੇ ਇਹ ਕਿਆ ਖਰੀਦ ਸਕਦਾ ਹੈ? ਮਿਲ ਜਾਏਗਾ ਇਹ? ਦੇਖੋ ਮੈਂ ਤੁਹਾਨੂੰ ਦੱਸਦਾ, ਇਹ ਪਾਕਿਸਤਾਨ ਦਾ ਕਾਨੂੰਨ ਹੈ ਕਸਟਮ ਦਾ ਕਿ ਜਿਸ ਵਕਤ ਤੁਸੀਂ ਟਰੈਕਟਰ ਮੈਨੂਫੈਕਚਰ ਕਰਨ ਵਾਸਤੇ, ਟਰੈਕਟਰ ਬਣਾਉਣ ਲਈ ਕੋਈ ਪਾਰਟਸ ਬਾਹਰੋਂ ਮੰਗਵਾਉਂਦੇ ਹੋ, ਉੱਤੇ ਡਿਊਟੀ ਹੋਰ ਹੁੰਦੀ ਹੈ। ਅਗਰ ਤੁਸੀਂ ਉਹਨੂੰ ਸੇਲ ਲਈ ਮੰਗਵਾਉਂਦੇ ਹੋ ਐਜ਼ ਅ ਸਪੇਅਰ ਪਾਰਟ, ਉਹਦੀ ਡਿਊਟੀ ਜ਼ਿਆਦਾ ਹੈ, ਉਹ ਫਿਰ ਮਹਿੰਗਾ ਜ਼ਿਆਦਾ ਟੈਕਸ ਦੇਣੇ ਪੈਂਦੇ ਆ। ਅਸੀਂ ਕਰ ਸਕਦੇ ਹਾਂ ਇੰਪੋਰਟ ਕਰੀਏ ਫॉर ਸੇਲ ਪਰਪਸ ਔਰ ਫਿਰ ਉਸ ਪ੍ਰਾਈਸ ਦੇ ਉੱਤੇ ਉਹ ਅਵੇਲੇਬਲ ਹੋ ਸਕਦਾ ਹੈ। ਤੇ ਇਨਸ਼ਾਅੱਲਾ ਤਾਲਾ ਇਹ ਵੀ ਅਸੀਂ ਪ੍ਰਪੋਜ਼ਲ ਆਪਣੀ ਮੈਨੇਜਮੈਂਟ ਨੂੰ ਦੇ ਦਿੰਦੇ ਹਾਂ। ਇਹ ਸਪੂਲ ਵਾਲਵ ਕਿਟ ਦੇ ਲਈ ਵੀ ਲੋਕਾਂ ਦਾ ਮੁਤਾਲਬਾ ਹੈ, ਇਹ ਵੀ ਇਨਸ਼ਾਅੱਲਾ ਅਸੀਂ ਕਰਾਂਗੇ। ਚਲੋ ਇਹ ਕਿਸਾਨਾਂ ਦੀ ਤਜਵੀਜ਼ ਸੀ ਜਨਾਬ ਜਿਹੜੀ ਅਸੀਂ ਕੰਪਨੀ ਤੱਕ ਪਹੁੰਚਾਈ ਹੈ। ਅੱਛਾ ਸਰ, ਇੱਕ ਹੋਰ ਹੈ ਕਿ ਮੈਂ ਦੇਖਿਆ ਕਿ ਅਸੀਂ ਇਹਦੀ ਹਰ ਤਰ੍ਹਾਂ ਦੀ ਪਰਫਾਰਮੈਂਸ ਲੈ ਕੇ ਆਏ ਹਾਂ, ਵੀਡੀਓ ਬਣਾਈ ਹੈ। ਇਹਨੂੰ ਮੈਂ ਅਗਲੇ ਦਿਨ ਆਲੂ ਵਾਲੇ ਟਰਾਲੇ ਤੇ ਦੇਖਿਆ ਹੈ। ਆਲੂ ਵਾਲਾ ਜਿਹੜਾ ਵਜ਼ਨ ਹੁੰਦਾ ਹੈ ਨਾ, ਇਹ ਗੰਨੇ ਨਾਲੋਂ ਵੀ ਜ਼ਿਆਦਾ ਹੁੰਦਾ ਹੈ ਔਰ ਅਣਮੀਣਾ ਜਿਹਾ ਵਜ਼ਨ ਹੈ। ਤੇ ਤਕਰੀਬਨ ਖੇਤ ਦੇ ਵਿੱਚੋਂ 800 900 ਮਣ 1000 ਮਣ ਤੱਕ ਇਹ ਟਰੈਕਟਰ ਕੱਢ ਰਿਹਾ ਸੀ। ਬਲਕਿ ਉਹ ਕਹਿੰਦੇ ਸੀ, ਮੈਂ ਉਹਨਾਂ ਨੂੰ ਜਦੋਂ ਕਿਹਾ ਨਾ ਵੀ ਤੁਸੀਂ ਜਿਹੜਾ ਨਾ ਇਹਦੇ ਮਗਰ 1000 ਮਣ ਇਹ ਖੇਤ ਵਿੱਚੋਂ ਕੱਢ ਲੈਂਦੇ ਹੋ, ਤਾਂ ਉਹ ਕਹਿੰਦੇ ਨੇ ਵੀ ਇਹ 1200 1400 ਮਣ ਵੀ ਨਹੀਂ ਛੱਡਦਾ। ਤੇ ਜਦੋਂ ਅਸੀਂ ਟੈਸਟ ਕੀਤਾ ਨਾ, ਤਾਂ ਕੋਈ ਵੀ ਟਰੈਕਟਰ ਸਾਡੇ ਲੋਕਲ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਇੰਨਾ ਵਜ਼ਨ ਬੈਕ ਟਰਾਲੇ ਨਹੀਂ ਧੱਕਦਾ, ਇਹ ਧੱਕਦਾ ਹੈ। ਇਹ ਕੀ ਵਜ੍ਹਾ ਹੈ ਵੀ ਇਹ ਵੀ 85 ਹਾਰਸ ਪਾਵਰ ਹੈ ਤੇ ਇੰਨੀ ਇਹਨੇ ਜ਼ਬਰਦਸਤ ਫੀਚਰਾਂ ਦੇ ਨਾਲ ਵੀ? ਮੈਂ ਗੁਜ਼ਾਰਿਸ਼ ਕਰਾਂਗਾ ਕਿ ਪਹਿਲੀ ਗੱਲ ਤੇ ਇਹ ਹੈ ਕਿ ਟਰੈਕਟਰ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਤੁਹਾਡੀ ਆਪਣੀ ਮਸ਼ੀਨ ਹੈ, ਤੁਸੀਂ ਉਹ ਠੀਕ ਹੈ, ਵਾਰੰਟੀ ਵੀ ਕੰਪਨੀ ਦੀ ਹੈ, ਲੇਕਿਨ ਉੱਤੇ ਜ਼ੁਲਮ ਨਾ ਕਰੋ ਉਹਦੇ ਇੰਜਨ ਤੇ, ਉਹਦੇ ਪਾਰਟਸ ਤੇ। ਲੇਕਿਨ ਇਸ ਟਰੈਕਟਰ ਦੀ ਪਾਵਰ ਬਹੁਤ ਹੈ। ਇਹਦੇ ਜਿਹੜਾ ਸ਼ਾਰਟ ਪਿਨਿੰਗ ਕੀਤੀ ਹੈ ਨਾ ਗੇਅਰਾਂ ਦੀ, ਇਹ ਟਰਾਂਸਮਿਸ਼ਨ ਦੇ ਵਿੱਚ ਜਿਹੜਾ ਪਾਵਰ ਲਾਸ ਹੁੰਦਾ ਹੈ, ਠੀਕ ਹੋ ਗਿਆ, ਉਹ 15% ਘੱਟ ਹੁੰਦਾ ਬਾਕੀ ਟਰੈਕਟਰਾਂ ਨਾਲੋਂ। ਇਸ ਲਈ ਇਹਦੇ ਵੀਲ ਤੇ ਜ਼ਿਆਦਾ ਪਾਵਰ ਹੈ। ਫਿਰ ਦੂਜਾ ਇਹਦੇ ਵੀਲ ਤੇ ਗਰਾਰਾ ਲੱਗਾ ਜਿਹਨੂੰ ਬੁੱਲ ਗੇਅਰ ਕਹਿੰਦੇ ਆ, ਰਿਡਕਸ਼ਨ ਗੇਅਰ, ਐਡਾ ਵੱਡਾ ਗਰਾਰਾ ਹੈ। ਉਹਦੀ ਵਜ੍ਹਾ ਤੋਂ ਇੱਥੇ ਟਾਰਕ ਜ਼ਿਆਦਾ ਮਿਲਦਾ, ਤਾਕਤ ਜ਼ਿਆਦਾ ਮਿਲਦੀ ਵੀਲ ਦੇ ਉੱਤੇ, ਵੀਲ ਜ਼ੋਰ ਜ਼ਿਆਦਾ ਮਾਰਦਾ ਹੈ। ਠੀਕ ਹੋ ਗਿਆ, ਠੀਕ ਹੈ, ਇਸ ਲਈ ਇਹ ਸਾਰੇ ਕੰਮ ਕਰ ਜਾਂਦਾ ਹੈ। ਖੇਤਾਂ ਚੋਂ 800 900 ਮਨ ਗੰਨਾ ਕੱਲਾ ਹੀ ਲੈ ਜਾਂਦਾ ਹੈ। ਇਹ ਵਜ੍ਹਾ ਹੈਗੀ ਆ। ਦੂਸਰੇ ਟਰੈਕਟਰਾਂ 'ਚ ਤੁਹਾਨੂੰ ਉਹ ਗਰਾਰਾ ਨਹੀਂ ਮਿਲਦਾ ਐਡਾ ਵੱਡਾ ਜਿਹੜਾ ਲੱਗਾ ਹੁੰਦਾ ਟਿਊਬ ਦੇ ਅੰਦਰ। ਤੁਸੀਂ ਕਿਸੇ ਦਿਨ ਦੋਸਤਾਂ ਨੂੰ ਖੁੱਲਾ ਹੋਇਆ ਗਰਾਰਾ ਵਿਖਾਓ, ਉਹ ਬੰਦਾ ਹੱਥ ਨਾਲ ਦੋ ਤਗੜਾ ਬੰਦਾ ਚੱਕ ਨਹੀਂ ਸਕਦਾ। ਮੈਂ ਤੁਹਾਨੂੰ ਖੁੱਲੇ ਹੋਏ ਦੀ ਗੱਲ ਨਾ ਕਰੋ, ਅਗਲੇ ਦਿਨ ਸਾਡੇ ਕੋਲ ਖੁੱਲੇ ਤੋਂ ਮੁਰਾਦ ਇਹ ਹੈ ਕਿ ਕਿਤੇ ਸਪੇਅਰ ਪਾਰਟ ਦੀ ਦੁਕਾਨ ਤੇ ਕਿਤੇ ਤੁਸੀਂ ਜਾਓ, ਉੱਥੇ ਉਹ ਗਰਾਰਾ ਉਹਨਾਂ ਨੂੰ ਦਿਖਾਓ ਵੀ ਕਿਤਨਾ ਵਜ਼ਨ ਹੈ। ਮੈਂ ਜ਼ਰੂਰ ਵਿੱਚ ਐਡ ਕਰਨਾ ਚਾਹਨਾ ਕਿ ਸਾਡੇ ਇੱਕ ਦੋਸਤ ਨੇ ਜਨਾਬ ਕੀਤਾ ਤਾਂ ਟਰੈਕਟਰ 850 ਦਾ ਐਕਸੀਡੈਂਟ, ਤੇ ਉਹਨੇ ਜਨਾਬ ਉਹ ਟੂਬ ਖੋਲ ਸੱਟੀ
ਤੇ ਉਹ ਕਈ ਦੋਸਤ ਇਹ ਵੀ ਕਹਿ ਰਿਹਾ ਸੀ ਵੀ ਉਹਨੇ ਟੂਬ ਤੋੜ ਦਿੱਤੀ ਨਹੀਂ ਯਾਰ, ਸਹੀ ਦੱਸੋ ਕਿ ਉਹਨੇ ਖੋਲ ਦਿੱਤੀ, ਔਰ ਖੋਲੀ ਵੀ ਕਿਸੇ ਲੋਕਲ ਮਿਸਤਰੀ ਨੇ, ਔਰ ਉਹ ਵੀ ਐਕਸੀਡੈਂਟ ਮਾਲਕ ਨੇ ਖੁਦ ਕੀਤਾ, ਠੀਕ ਹੈ ਨਾ। ਤੇ ਇਹ ਚੀਜ਼ਾਂ ਹਨ ਜਿਹੜੀਆਂ ਦੇਖੋ ਜੀ ਐਕਸੀਡੈਂਟ ਹੋ ਜਾਂਦਾ ਹੈ, ਕੋਈ ਐਸੀ ਗੱਲ ਨਹੀਂ ਹੈ, ਲੇਕਿਨ ਕਿਉਂਕਿ ਕੰਪਨੀ ਐਕਸੀਡੈਂਟ ਦਾ ਕਲੇਮ ਨਹੀਂ ਦਿੰਦੀ ਤੇ ਇਸ ਲਈ ਫਿਰ ਖਾਮ-ਖਾ ਦੇ ਵਿੱਚ ਜ਼ਿਆਦਤੀ ਨਹੀਂ ਕਰਨੀ ਚਾਹੀਦੀ ਕਿ ਜੀ ਇਹ ਦੇਖੋ ਜੀ ਇਹ ਖੁੱਲ ਗਿਆ, ਇਹ ਹੋ ਗਿਆ ਜੀ, ਇਹ ਹੋ ਗਿਆ ਜੀ, ਇਹ ਹੋ ਗਿਆ ਜੀ, ਇਹ ਜੀ ਟਰੈਕਟਰ, ਹਾਲਾਂਕਿ ਉਹੀ ਜ਼ਿਮੀਦਾਰ ਬਾਅਦ ਚੋਂ ਥੋੜੀ ਦੇਰ ਬਾਅਦ ਹੀ ਉਹਨੂੰ ਚਲਾ ਰਿਹਾ, ਦੌੜਾ ਰਿਹਾ, ਔਰ ਉਹਦੀ ਟਿਊਬ ਨਹੀਂ ਸੀ ਟੁੱਟੀ, ਉਹਦਾ ਟਿਊਬ ਕਵਰ ਖੋਲ ਕੇ ਉਹਦਾ ਕੋਈ ਨਟ ਸੀ ਜਾਂ ਕੋਈ ਚੀਜ਼ ਸੀ, ਉਹਨੂੰ ਉਹਨਾਂ ਨੇ ਸਹੀ ਕਰ ਲਿਆ ਸੀ। ਅੱਛਾ ਨਾ ਸਰ, ਇਹ ਨਵੀਂ ਇੱਕ ਚੀਜ਼ ਹੈ, ਅਸੀਂ ਇਹਦੇ ਤੋਂ ਬੜੇ ਮੁਤਮਿਨ ਹਾਂ, ਕਿਸਾਨ ਵੀ ਬੜੇ ਮੁਤਮਿਨ ਨੇ, ਲੇਕਿਨ ਅਸੀਂ ਜਿੱਦਾਂ ਜਿੰਨਾ ਪੰਦ ਵੇਖਿਆ ਨਾ, ਤੇ ਸਾਡੇ ਜਿਹੜੇ ਮਕੈਨਿਕ ਹਜ਼ਰਾਤ ਨੇ ਨਾ, ਉਹ ਪੜ੍ਹੇ ਲਿਖੇ ਨਹੀਂ ਹਨ। ਜਿਹੜਾ ਸਕੂਲ ਨਹੀਂ ਪੜ੍ਹਦਾ ਬੱਚਾ, ਜਾਂ ਜਿਹੜਾ ਮਤਲਬ ਸਕੂਲ ਨਹੀਂ ਪੜ੍ਹ ਸਕਦਾ, ਉਹਨੂੰ ਜਾਂ ਤਾਂ ਭੇਜ ਦਿੰਦੇ ਨੇ ਦਰਸ ਵਿੱਚ, ਤੇ ਜਾਂ ਉਹਨੂੰ ਵਰਕਸ਼ਾਪ ਵਿੱਚ ਭੇਜ ਦਿੰਦੇ ਨੇ। ਤੇ ਵਰਕਸ਼ਾਪ ਦੇ ਵਿੱਚ ਅਗਰ ਉਹਨੇ ਫੀਟ ਦਾ ਵੱਲ ਸਿੱਖਿਆ ਨਾ, ਤੇ ਉਹਨੇ ਕਿਸੇ ਹੋਰ ਟਰੈਕਟਰ ਦਾ ਕੰਮ ਨਹੀਂ ਕਰਨਾ, ਤੇ ਅਗਰ ਉਹਨੇ ਮੈਸੀ ਦਾ ਵੱਲ ਸਿੱਖਿਆ ਤਾਂ ਉਹਨੇ ਮੈਸੀ ਤੋਂ ਇਲਾਵਾ ਕਿਸੇ ਹੋਰ ਟਰੈਕਟਰ ਦਾ ਕੰਮ ਨਹੀਂ ਕਰਨਾ, ਨਾ ਉਹਨੂੰ ਪਤਾ ਹੈਗਾ, ਠੀਕ ਹੈ ਨਾ ਜੀ। ਇਹ ਮੈਂ ਚਾਹਨਾ ਵੀ ਕਿਸਾਨ ਭਾਈਆਂ ਨੂੰ ਮਿਸਤਰੀ ਵੀ ਐਸੇ ਦਿੱਤੇ ਜਾਵਣ ਜਿਹੜੇ ਇਹਦੇ ਗੇਅਰ ਨੂੰ ਸਮਝਦੇ ਹੋਵਣ, ਜਿਹੜੇ ਇਹਦੇ ਲਿਫਟੋਮੈਟਿਕ ਨੂੰ ਸਮਝਦੇ ਹੋਵਣ, ਤਾਂ ਕਿ ਸਾਨੂੰ ਦੁਸ਼ਵਾਰੀ ਨਾ ਪੇਸ਼ ਆਵੇ। ਬਹੁਤ ਸ਼ੁਕਰੀਆ ਜੀ, ਅਸੀਂ ਇਹਨਾਂ ਨੂੰ ਆਪਣਾ ਉਸਤਾਦ ਕਹਿੰਦੇ ਆ, ਇਹਨਾਂ ਦੀ ਬੜੀ ਰਿਸਪੈਕਟ ਕਰਦੇ ਆ, ਸਾਡੇ ਭਾਈ ਨੇ, ਦੋਸਤ ਨੇ, ਔਰ ਇਸ ਲਈ ਅਸੀਂ ਇਹਨਾਂ ਨੂੰ ਇੱਥੇ ਟ੍ਰੇਨਿੰਗ ਤੇ ਬੁਲਾਇਆ। ਅਸੀਂ ਆਪਣੇ ਪਲਾਂਟ ਤੇ ਵੀ ਇਹਨਾਂ ਦੀ ਟ੍ਰੇਨਿੰਗ ਕਰੀਦੀ ਹੈ, ਔਰ ਇਹ ਸਾਡਾ ਰੈਗੂਲਰ ਸੈਸ਼ਨ ਹੁੰਦੇ ਰਹਿੰਦੇ ਆ, ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਜਿਹੜੇ ਨਿਊ ਹਾਲੈਂਡ ਦੇ ਮਕੈਨਿਕ ਹਜ਼ਰਾਤ ਨੇ ਬਹੁਤ ਕਾਬਿਲ ਮਿਲਣਗੇ ਇਨਸ਼ਾਅੱਲਾ। ਅੱਛਾ, ਬਾਕੀ ਮੈਂ ਮਕੈਨਿਕਾਂ ਨੂੰ ਜਨਾਬ ਗੁਜ਼ਾਰਿਸ਼ ਕਰਾਂਗਾ ਕਿ ਆਹ ਕੰਮ ਨਾ ਕੀਤਾ ਕਰੋ। ਕਿ ਮੈਂ ਦੇਖਿਆ ਕਿ ਟ੍ਰੇਨਿੰਗ ਦੇ ਵਿੱਚ ਜਿਹੜਾ ਨਾ ਜਨਾਬ ਟ੍ਰੇਨਿੰਗ ਦਿੱਤੀ ਜਾ ਰਹੀ ਸੀ, ਤੇ ਸਾਡੇ ਜਿਹੜੇ ਮਕੈਨਿਕ ਹਜ਼ਰਾਤ ਸੀ ਉਹ ਜਨਾਬ ਮੋਬਾਈਲ ਕਰਨਾ ਲਾ ਤੇ ਐਂ ਟੁਰ ਗਿਆ। ਇਹਨਾਂ ਚੀਜ਼ਾਂ ਨੂੰ ਜਨਾਬ ਸਮਝੋ, ਇਹਨਾਂ ਚੀਜ਼ਾਂ ਨੂੰ ਤੁਸੀਂ ਗੇਅਰ ਨੂੰ ਸਮਝੋਗੇ, ਇਹਦੇ ਹਿੱਸੇ ਨੂੰ ਸਮਝੋਗੇ, ਲਿਫਟੋਮੈਟਿਕ ਨੂੰ ਸਮਝੋਗੇ, ਤੇ ਉਹਦੇ ਨਾਲ ਜਨਾਬ ਸਾਡੇ ਕਿਸਾਨਾਂ ਦਾ ਵੀ ਫਾਇਦਾ ਹੋਵੇਗਾ ਤੇ ਤੁਹਾਡਾ ਵੀ ਫਾਇਦਾ ਹੋਵੇਗਾ। ਤੇ ਮਜ਼ੀਦ ਇਨਸ਼ਾਅੱਲਾ, ਕਿਉਂਕਿ ਟਾਈਮ ਬਹੁਤ ਕਮ ਹੈਗਾ ਤੇ ਸ਼ਾਰਟ ਜਿਹਾ ਟਾਈਮ ਵਿੱਚ ਹਾਲੇ ਕਾਫੀ ਸਾਰੇ ਸਵਾਲ ਸੀ ਸਾਡੇ, ਤੇ ਬਾਕੀ ਉਹਨਾਂ ਦੀ ਮਿਹਰਬਾਨੀ ਹੈ ਕਰੀਮ ਸਾਹਿਬ ਦੀ, ਹਮਾਰ ਕਰੀਮ ਸਾਹਿਬ ਦੀ, ਕਿ ਉਹਨਾਂ ਸਾਨੂੰ ਜਿਹੜਾ ਨਾ ਇਹਨਾਂ ਕੋਈ ਇੰਟਰਵਿਊ ਦਿੱਤਾ, ਸਾਨੂੰ ਦੱਸਿਆ ਹੈ। ਬਾਕੀ ਹਮਾਰ ਕਰੀਮ ਸਾਹਿਬ ਕਹਿ ਰਿਹਾ ਸੀ, ਕੰਪਨੀ ਕਹਿ ਰਹੀ ਹੈ ਕਿ ਇਨਸ਼ਾਅੱਲਾ ਹਰ 6 ਮਹੀਨੇ ਬਾਅਦ, ਹਰ ਸਾਲ ਬਾਅਦ ਅਸੀਂ ਆਪਣੇ ਟਰੈਕਟਰ ਦੇ ਵਿੱਚ ਆਏ ਦਿਨ ਨਵੀਂ ਕੋਈ ਨਾ ਕੋਈ ਤਬਦੀਲੀ ਲੈ ਕੇ ਆਵਾਂਗੇ। ਬਲਕਿ ਜਿਵੇਂ ਸਾਡੇ ਕਿਸਾਨ ਸਮਝ ਗਏ ਨੇ, ਸੋਸ਼ਲ ਮੀਡੀਆ ਤੇ ਵੇਖਦੇ ਰਹਿੰਦੇ ਨੇ ਕਿ ਸਾਈਡ ਸ਼ਿਫਟਰ ਗੇਅਰ ਤੇ ਫਲਾਂ ਦਿਓ, ਇਨਸ਼ਾਅੱਲਾ ਕੰਪਨੀ ਮਜ਼ੀਦ ਅੱਗੇ ਨਵੇਂ ਮਾਡਲ ਵੀ ਲੈ ਕੇ ਆ ਰਹੀ ਹੈ। ਇਹ ਲਿਫਟੋਮੈਟਿਕ ਤੁਹਾਨੂੰ ਛੋਟੇ ਟਰੈਕਟਰਾਂ ਦੇ ਵਿੱਚ ਵੀ ਮਿਲੇਗਾ। ਜਦੋਂ ਤੁਸੀਂ ਇਹਨੂੰ ਅੱਛੀ ਤਰ੍ਹਾਂ ਸਮਝ ਜਾਓਗੇ ਨਾ, ਤੇ ਤੁਹਾਡਾ ਦਿਲ ਰਾਜ਼ੀ ਹੋ ਜਾਵੇਗਾ। ਤੇ ਬਾਕੀ ਇਨਸ਼ਾਅੱਲਾ ਆਏ ਦਿਨ ਇਹਦੇ ਵਿੱਚ ਤਬਦੀਲੀ, ਤੇ ਇਨਸ਼ਾਅੱਲਾ ਬਹੁਤ ਜਲਦ ਆਪਾਂ ਨੂੰ ਜਨਾਬ ਸਾਈਡ ਸ਼ਿਫਟਰ ਵੀ ਮਿਲੇਗਾ, ਸਭ ਕੁਝ ਮਿਲੇਗਾ। ਮਿਲਦੇ ਹਾਂ ਇਨਸ਼ਾਅੱਲਾ ਅਗਲੀ ਵੀਡੀਓ ਨਾਲ। ਅੱਲਾ ਹਾਫਿਜ਼।